हाँ जी, सत श्री अकाल सारिਆਂ ਨੂੰ। मेरा नाम मनु है। आई एम फ्रॉम जीजीएस इमीग्रेशन चुनीर। सो अज का अपना आयल्स राइटिंग टॉपिक है टास्क 1 बारे, जो कि अपना टास्क 1 हैगा बार चार्ट। बहुत सारे टीचर इनू बार चार्ट कहते हैं, ठीक है जी। सो अलग अलग उन्होंने टॉपिक्स वंडे हुए, बार चार्ट, लाइन चार्ट, प्रोसैस चार्ट, फॉर एग्जाम्पल टैबूलर चार्ट ਜਿਹੜੇ ਹੁੰਦੇ ਆ। बट मेरा यह टॉपिक दो हिस्सों च वंडिया होया हमेशा ही। एक तो स्टैटिक, दूसरा हैगा सीओटी। द फुल फॉर्म ऑफ सीओटी इज चेंज ओवर टाइम। स्टैटिक जो कि ਆਪਾਂ ਨੂੰ ਸਾਇੰਸ ਦੇ ਬੱਚਿਆਂ ਨੂੰ ਪਤਾ ਹੀ ਹੁੰਦਾ ਵੀ ਸਟੈਟਿਕ ਕਿਹਨੂੰ ਕਿਹਾ ਜਾਂਦਾ। ਸਟੈਟਿਕ ਕਿਹਾ ਜਾਂਦਾ ਹਮੇਸ਼ਾ ਹੀ ਰੈਸਟ ਨੂੰ। ਕਿਹਨੂੰ? ਰੈਸਟ ਨੂੰ। ਚੇਂਜ ਓਵਰ ਟਾਈਮ, CO2 ਦੀ ਫੁੱਲ ਫਾਰਮ ਹੈ ਚੇਂਜ ਓਵਰ ਟਾਈਮ। ਚੇਂਜ ਓਵਰ ਟਾਈਮ ਦਾ ਮਤਲਬ ਹੈ ਜੋ ਵੈਲਿਊ ਚੇਂਜ ਹੁੰਦੀ ਪਈ ਹੋਵੇ ਟਾਈਮ ਦੇ ਹਿਸਾਬ ਨਾਲ। ਸਟੈਟਿਕ ਮਤਲਬ ਰੈਸਟ। ਹਾਂਜੀ, ਹੁਣ ਆਪਾਂ ਡਿਫਰੈਂਸ਼ੀਏਟ ਕਿਵੇਂ ਕਰ ਸਕਦੇ ਆ ਵੀ ਇਹ ਚਾਰਟ ਜਿਹੜਾ ਹੈਗਾ ਆਪਣਾ ਸਟੈਟਿਕ ਦੇ ਵਿੱਚ ਆ, ਇਹ ਚਾਰਟ ਆਪਣਾ ਚੇਂਜ ਓਵਰ ਟਾਈਮ ਦੇ ਵਿੱਚ ਆ। ਆਪਾਂ ਸ਼ੁਰੂ ਤੋਂ ਟਾਸਕ ਦੇ ਵਿੱਚ ਆਪਾਂ ਦੇਖਣਾ ਹੁੰਦਾ ਵੀ ਆਪਾਂ ਨੂੰ ਕੀ ਦਿੱਤਾ ਕੀ ਗਿਆ। ਠੀਕ ਹੈ ਜੀ, ਆਪਾਂ ਨੂੰ ਬਾਰ ਚਾਰਟ ਦਿੱਤਾ ਹੋਇਆ, ਥੱਲੇ ਆਪਾਂ ਨੂੰ ਕੰਟਰੀਜ਼ ਦਿੱਤੀਆਂ ਹੋਈਆਂ, ਇੱਧਰ ਆਪਾਂ ਨੂੰ ਪਰਸੈਂਟੇਜ ਦਿੱਤੀ ਹੋਈ ਆ। ਹਾਂਜੀ, ਪਰਸੈਂਟੇਜ ਆ ਜੋ ਕਿ ਆਪਾਂ ਨੂੰ ਇੱਥੇ ਮੈਂਸ਼ਨ ਹੈਗੀ ਪਰਸੈਂਟੇਜ ਆਫ ਸਟੂਡੈਂਟ ਪ੍ਰੋਫੀਸ਼ੀਐਂਟ ਇਨ ਅ ਫੋਰਨ ਲੈਂਗੁਏਜ। ਪ੍ਰੋਫੀਸ਼ੀਐਂਟ ਦਾ ਮਤਲਬ ਹੁੰਦਾ ਜੋ ਕਿ ਐਕਸਪਰਟ ਨੇ। ਐਕਸਪਰਟ ਕਾਹਦੇ ਵਿੱਚ ਨੇ? ਫੋਰਨ ਲੈਂਗੁਏਜ ਦੇ ਵਿੱਚ। ਫੋਰਨ ਲੈਂਗੁਏਜ ਕਿਹੜੀ ਹੁੰਦੀ ਆ? ਲਾਈਕ ਫॉर एग्जांपल इंग्लिश हो गई अपनी फॉरेन लैंग्वेज है, जिवें ਜਾਂ स्पैनिश हो गई या फ्रेंच हो गई। ठीक है जी, ਜਿਹਨੂੰ ਆਪਾਂ ਸੈਕੰਡ ਲੈਂਗੁਏਜ ਵੀ ਕਹਿ ਦਿੰਦੇ ਆ, ਜੋ ਕਿ ਐਕਸਪਰਟ ਨੇ ਸੈਕੰਡ ਲੈਂਗੁਏਜ ਦੇ। ਆਪਾਂ ਦੇਖਾਂਗੇ ਐਕਸ ਐਕਸਿਸ, ਵਾਈ ਐਕਸਿਸ। ਵਾਈ ਐਕਸਿਸ ਤੇ ਆਪਾਂ ਨੂੰ ਪਰਸੈਂਟੇਜ ਦਿੱਤੀ ਗਈ ਹੈ, ਐਕਸ ਐਕਸਿਸ ਤੇ ਆਪਾਂ ਨੂੰ ਕੀ ਦਿੱਤਾ ਗਿਆ? ਕੰਟਰੀਜ਼ ਦਿੱਤੀਆਂ ਗਈਆਂ। ਹਾਂਜੀ, ਇਸ ਚ ਆਪਾਂ ਨੂੰ ਮੂਵਮੈਂਟ ਕੋਈ ਨਹੀਂ ਸ਼ੋ ਹੋ ਰਹੀ। ਤੁਹਾਨੂੰ ਲੱਗਦਾ ਹੋਊਗਾ ਵੀ ਮੂਵਮੈਂਟ ਐਦਾਂ ਦੀ ਸ਼ੋ ਹੋ ਰਹੀ ਆ, ਬਟ ਇਟਸ ਨਾਟ ਅ ਮੂਵਮੈਂਟ। ਮੂਵਮੈਂਟ ਹੁੰਦੀ ਆ ਵੀ ਜੋ ਟਾਈਮ ਦੇ ਹਿਸਾਬ ਨਾਲ ਚੱਲੇ। ਬਟ ਆਪਾਂ ਨੂੰ ਈਅਰ ਕਿੰਨੇ ਗਿਵਨ ਹੈ? ਸਿਰਫ 1 ਈਅਰ। ਇਹੀ ਪਛਾਣ ਹੈ ਸਟੈਟਿਕ ਤੇ ਚੇਂਜ ਓਵਰ ਟਾਈਮ ਦੀ। ਸਟੈਟਿਕ ਦੇ ਵਿੱਚ ਹਮੇਸ਼ਾ ਹੀ ਕਿੰਨੇ ਈਅਰ ਹੋਣਗੇ? 1 ਈਅਰ। ਚੇਂਜ ਓਵਰ ਟਾਈਮ ਦੇ ਵਿੱਚ ਕਿੰਨੇ ਈਅਰ ਹੋਣਗੇ? 2 3 4 5 6 ਸੋ ਔਨ, ਕਿੰਨੇ ਵੀ ਹੋ ਸਕਦੇ ਆ। ਜੋ ਕਿ 1 ਈਅਰ ਵਾਲਾ ਉਹਨੂੰ ਆਪਾਂ ਸਟੈਟਿਕ ਮੰਨਾਂਗੇ, ਜੋ ਕਿ ਜ਼ਿਆਦਾ ਈਅਰਸ ਵਾਲਾ ਉਹਨਾਂ ਨੂੰ ਕੀ ਮੰਨਾਂਗੇ ਆਪਾਂ? ਚੇਂਜ ਓਵਰ ਟਾਈਮ। ਠੀਕ ਹੈ ਜੀ। ਹੁਣ ਬੇਸਿਕ ਜੀ ਗੱਲ ਹੈ, ਜੋ ਕਿ ਆਪਣਾ ਸਟੈਟਿਕ ਚਾਰਟ ਹੈਗਾ ਉਸ ਦੇ ਵਿੱਚ ਆਪਾਂ ਵੋਕੈਬਲਰੀ ਵਰਤਾਂਗੇ ਹਾਈਐਸਟ, ਲੋਐਸਟ, ਜੋ ਕਿ ਇਹਦਾ ਉਲਟ ਹੁੰਦਾ। ਠੀਕ ਹੈ ਜੀ। ਹਾਈਐਸਟ ਦਾ ਸਿਨੋਨਿਮ ਕੀ ਹੋ ਗਿਆ? ਮੈਕਸਿਮਮ। ਲੋਐਸਟ ਦਾ ਸਿਨੋਨਿਮ ਮਿਨੀਮਮ। ਜੇ ਕੋਈ ਤੁਹਾਨੂੰ ਹੋਰ ਆਉਂਦਾ ਹੈ ਜਿਵੇਂ ਕਿ ਮੋਸਟ ਲਾ ਲਓ, ਮੋਸਟ ਦਾ ਮਤਲਬ ਵੀ ਹਾਈਐਸਟ ਹੀ ਹੁੰਦਾ। ਲੀਸਟ, ਮੋਸਟ ਦਾ ਸਿਨੋਨਿਮ ਹੋਰ ਲਾ ਲਓ ਡੋਮੀਨੈਂਟ। ਸੋ ਵੋਕੈਬਲਰੀ ਆਪਣੇ ਕੋਲੇ ਵਾਈਡ ਰੇਂਜ ਦੀ ਹੋਣੀ ਚਾਹੀਦੀ ਹੈ, ਜੋ ਕਿ ਆਪਣੇ ਟਾਸਕ ਦੀ ਮੰਗ ਹੈਗੀ ਆ। ਟਾਸਕ ਆਪਣਾ 4 ਚੀਜ਼ਾਂ ਤੇ ਖੜਾ ਹੁੰਦਾ। ਟਾਸਕ ਅਚੀਵਮੈਂਟ, ਕੋਹੀਜ਼ਨ ਐਂਡ ਕੋਹੈਰੈਂਸ, ਲੈਕਸੀਕਲ ਰਿਸੋਰਸ, ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਟਾਸਕ ਅਚੀਵਮੈਂਟ ਇਹ ਮੰਗਦੀ ਆ ਵੀ ਆਪਾਂ ਇਸ ਟਾਸਕ ਨੂੰ ਕੀ ਕਰਨਾ? ਸਮਰਾਈਜ਼ ਕਰਨਾ। ਜੋ ਕਿ ਇਸ ਚ ਇਨਫੋਰਮੇਸ਼ਨ ਦਿੱਤੀ ਹੋਈ ਆ ਉਹਨੂੰ ਆਪਾਂ ਦੱਸਣਾ, ਲਿਖ ਕੇ ਦੱਸਣਾ ਉਹਨੂੰ ਆਪਾਂ ਆਪਦੀ ਇੰਗਲਿਸ਼ ਲੈਂਗੁਏਜ ਦੇ ਵਿੱਚ। ਕੋਹੀਜ਼ਨ ਐਂਡ ਕੋਹੈਰੈਂਸ, ਲਿੰਕਿੰਗ ਹੋਣੀ ਚਾਹੀਦੀ ਹੈ, ਹਮੇਸ਼ਾ ਹੀ ਲਿੰਕ ਬਣਿਆ ਹੋਣਾ ਚਾਹੀਦਾ। ਐ ਨਹੀਂ ਵੀ ਤੁਸੀਂ ਇਹਦੀ ਗੱਲ ਕਰਨ ਲੱਗੇ ਫਿਰ ਇਹਦੀ ਗੱਲ ਕਰਨ ਲੱਗੇ, ਫਿਰ ਗਰਲਸ ਦੀ ਆ ਗਈ ਫਿਰ ਬॉयਜ਼ ਦੀ ਆ ਗਈ, ਏਦਾਂ ਮਤਲਬ ਮਿਕਸਅਪ ਨਹੀਂ ਕਰਨਾ। ਹਮੇਸ਼ਾ ਹੀ ਸਿਮੈਟਰੀ ਬਣਾਉਣੀ ਹੈ ਜੀ। ਲੈਕਸੀਕਲ ਰਿਸੋਰਸ, ਜੋ ਕਿ ਮੈਂ ਤੁਹਾਨੂੰ ਲੈਕਸੀਕਲ ਰਿਸੋਰਸ ਆਵਲ ਦੱਸਿਆ। ਵੋਕੈਬਲਰੀ ਵਰਡਸ ਦੇਖਾਂਗੇ, ਹੋਰ ਵੀ ਵੋਕੈਬਲਰੀ ਆਪਾਂ ਕੀ ਵਰਤ ਸਕਦੇ ਹਾਂ। ਗ੍ਰਾਮੈਟੀਕਲ ਰੇਂਜ, ਐਕੂਰੇਸੀ। ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਦਾ ਮਤਲਬ ਹੁੰਦਾ ਵੀ ਆਪਾਂ ਗ੍ਰਾਮੈਟੀਕਲ ਕੰਪਲੈਕਸਿਟੀ ਆਪਾਂ ਕਿੰਨੀ ਸ਼ੋ ਕਰ ਪਾਉਂਦੇ ਆ। ਲਾਈਕ ਕੋਈ ਕਲੌਜ਼ ਯੂਜ਼ ਕਰਦੇ ਆ ਜਾਂ ਫਰੇਜ਼ ਯੂਜ਼ ਕਰਦੇ ਆ, ਜਾਂ ਆਪਾਂ ਕੰਪਲੈਕਸ ਕੰਪਾਊਂਡ ਸੈਂਟੈਂਸ ਕਿਦਾਂ ਯੂਜ਼ ਕਰਦੇ ਆ। ਠੀਕ ਹੈ ਜੀ। ਸੋ ਆਪਾਂ ਦੇਖਦੇ ਆ ਵੀ ਹਾਂ ਇਹ ਟਾਸਕ ਹੈ ਕਾਦੇ ਬਾਰੇ ਅੱਜ। ਲਓ ਜੀ, ਇਹ ਜਸਟ ਓਵਰਵਿਊ ਸੀਗਾ ਵੀ ਸਟੈਟਿਕ ਤੇ ਚੇਂਜ ਓਵਰ ਟਾਈਮ ਦੇ ਵਿੱਚ ਕੀ ਡਿਫਰੈਂਸ ਹੈ। ਹਾਂਜੀ, ਹੁਣ ਆਪਾਂ ਇੱਥੇ ਨੂੰ ਟਾਸਕ ਦਿੱਤਾ ਗਿਆ ਵੀ ਸਟੂਡੈਂਟ ਜਿਹੜੇ ਪ੍ਰੋਫੀਸ਼ੀਐਂਟ ਹੈਗੇ ਆ ਫੋਰਨ ਲੈਂਗੁਏਜ ਦੇ ਵਿੱਚ। ਠੀਕ ਹੈ ਜੀ। ਕਦੋਂ ਦੇ ਸੈਂਸਸ ਦਿੱਤੇ ਹੋਏ ਆਪਾਂ ਨੂੰ? 2001 ਦੇ। ਵੀ 2001 ਦੇ ਵਿੱਚ ਜਿਹੜੇ ਸਟੂਡੈਂਟ ਪ੍ਰੋਫੀਸ਼ੀਐਂਟ ਸੀਗੇ ਫੋਰਨ ਲੈਂਗੁਏਜ। ਕਿਹੜੀ ਕਿਹੜੀ ਕੰਟਰੀਜ਼ ਆਪਣੇ ਕੋਲੇ? ਚਾਈਨਾ, ਰੋਮਾਨੀਆ, ਥਾਈਲੈਂਡ, ਇੰਡੀਆ, ਰਸ਼ੀਆ, ਵੀਅਤਨਾਮ। ਸੋ ਆਪਣੇ ਕੋਲੇ ਟੋਟਲ 6 ਕੰਟਰੀਜ਼ ਹੈਗੀਆਂ। 2001 ਦੇ ਵਿੱਚ ਬੱਚੇ ਇਹਨਾਂ ਦੇ ਵਿੱਚ ਇੰਨੇ ਪ੍ਰੋਫੀਸ਼ੀਐਂਟ ਸੀਗੇ। ਦੇਖੋ, ਜੇ ਆਪਾਂ ਮੰਨ ਕੇ ਚੱਲੀਏ ਚਾਈਨਾ ਦੇ ਵਿੱਚ ਆ ਰੈੱਡ ਕਲਰ ਵਾਲੇ ਜਿਹੜੇ ਹੈਗੇ ਆ ਗਰਲਸ ਨੇ, ਬਲੂ ਕਲਰ ਵਾਲੇ ਬॉयਜ਼ ਨੇ। ਚਾਈਨਾ ਦੇ ਵਿੱਚ ਆਪਾਂ ਨੂੰ ਕੌਣ ਦੇਖਣ ਨੂੰ ਜ਼ਿਆਦਾ ਮਿਲਦੀ ਆ? ਐਗਜ਼ੈਕਟਲੀ ਆਪਾਂ ਨੂੰ ਗਰਲਸ ਹੀ ਜ਼ਿਆਦਾ ਮਿਲਦੀ ਆ ਦੇਖਣ ਨੂੰ। ਠੀਕ ਆ, ਬॉयਜ਼ ਨਾਲੋਂ ਜ਼ਿਆਦਾ ਨਾ ਇਹ। ਠੀਕ ਹੈ ਜੀ। ਤੇ ਰੋਮਾਨੀਆ ਦੇ ਵਿੱਚ ਕੌਣ ਜ਼ਿਆਦਾ? ਇਨਫੈਕਟ ਫੇਅਰ ਗਰਲਸ ਜ਼ਿਆਦਾ। ਥਾਈਲੈਂਡ ਦੇ ਵਿੱਚ ਕੌਣ ਜ਼ਿਆਦਾ? ਬॉयਜ਼ ਜ਼ਿਆਦਾ। ਇਹਦੇ ਵਿੱਚ ਕੌਣ ਜ਼ਿਆਦਾ? ਇੰਡੀਆ ਦੇ ਵਿੱਚ ਫੇਅਰ ਗਰਲਸ ਜ਼ਿਆਦਾ ਨੇ, ਰਸ਼ੀਆ ਦੇ ਵਿੱਚ ਗਰਲਸ ਜ਼ਿਆਦਾ ਨੇ, ਵੀਅਤਨਾਮ ਦੇ ਵਿੱਚ ਗਰਲਸ ਜ਼ਿਆਦਾ ਨੇ। ਸੋ ਓਵਰਆਲ ਆਪਾਂ ਨੂੰ ਦੇਖਣ ਨੂੰ ਮਿਲਦਾ ਵੀ ਸਾਰੀ ਕੰਟਰੀਆਂ ਦੇ ਵਿੱਚ ਇੱਕ ਕੌਣ ਜ਼ਿਆਦਾ ਰਹੇ ਨੇ? ਗਰਲਸ ਜ਼ਿਆਦਾ ਰਹੇ ਨੇ। ਕਿਹਨੂੰ ਛੱਡ ਕੇ? ਇਕੱਲੇ ਥਾਈਲੈਂਡ ਨੂੰ ਛੱਡ ਕੇ, ਜਿੱਥੇ ਕਿ ਬॉयਜ਼ ਜ਼ਿਆਦਾ ਨੇ।
ठीक है जी। सो एनालिसिस अपनी इदां दी हो गई आ भी लाइक एक पासे परसेंटेज दी हुई है, एक पासे कंट्रीज दी हुई है, ते हरेक कंट्री दे विच कौन ज्यादा गर्ल्स ज्यादा ने, कल्ले थाईलैंड नूं छड्ड के जिथे कि बॉयज ज्यादा होए ने भी जिहड़े इंग्लिश लैंग्वेज ज्यादा बोलते हैं। ठीक है जी। फर्स्ट ऑफ ऑल आप गल करते हैं इंट्रोडक्शन की, जो कि अपना टास्क 1 4 बीपीज दे विच वंडिया जाऊगा। इंट्रो, ओवरऑल, BP1 एंड BP2। हाँ जी, कुछ बच्चे ऐ कहते भी ओवरऑल आप एंड ते भी लिख सकते हैं। हाँ जी लिख सकते हो, जरूर लिख सकते हो, बट ओवरऑल मेन होंदा है इस टॉपिक का, ते जो कि आप शुरुआत से ही लिखा करिए रैदर दैन कि आप एंड ते लिखने की बजाय, क्योंकि एग्जामिनर अपना थल्लों नहीं ऐसे चेक करूगा, अपना चेक करूगा ऐसे उपरों। ठीक है जी। जो उपरों ऐसे चेक करूगा तो उन्होंने जिहड़ी फैसिनेटिंग चीज है वो पहला मिल जूगी, तो नंबर अपने ऑटोमैटिकली वध आउणगे। हाँ जी, हुण गल करदे आपां इंट्रोडक्शन लिखण दी। इंट्रो बहुत ही ज्यादा ईजी रखनी, तुसीं सिंपल रखनी है। जिवें कई टीचर इन्हूं लिखा दिंदे आ टैबूलर चार्ट, बार चार्ट, या होर भी इन्हां दे नाम लिखा दिंदे आ, द गिवन चार्ट, ਜਾਂ ਜੋ ਵੀ ਨੂਮੈਰੀਕਲ ਵੈਲਿਊ ਉਹ ਯੂਜ਼ ਕਰਦੇ ਆ। ਨਹੀਂ, ਤੁਸੀਂ ਸਿੰਪਲ ਜੋ ਇਹ ਚਾਰਟ ਹੈਗਾ ਇਹਨੂੰ ਦਾ ਬਾਰ ਚਾਰਟ ਹੀ ਲਿਖੋ। ਕੋਈ ਫੈਸੀਨੇਟਿੰਗ ਵਰਡ ਯੂਜ਼ ਕਰਨ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਸ਼ੁਰੂ ਦੇ ਵਿੱਚ ਆਪਾਂ ਕੀ ਕਰਦੇ ਆ, ਬਹੁਤ ਹੀ ਜ਼ਿਆਦਾ ਫੈਸੀਨੇਟਿੰਗ ਵਰਡ ਸ਼ੋ ਕਰਨ ਲੱਗ ਪੈਂਦੇ ਆ, ਤੇ ਐਂਡ ਤੇ ਜਾ ਕੇ ਆਪਾਂ ਜਮਾਂ ਵਿਚਾਲੇ ਖਰਾਬ ਕਰ ਦਿੰਦੇ ਆ ਆਪਣਾ ਐਸੇ। ਉਹਦੇ ਨਾਲ ਕੀ ਜਾਂਦਾ ਬੱਚੇ ਨੂੰ ਵੀ ਇਹ ਮੈਮੋਰਾਈਜ਼ ਆ, ਵੀ ਪੂਰਾ ਇਹਨੇ ਮੈਮੋਰਾਈਜ਼ ਕੀਤੀ ਹੋਈ ਹੈ ਇਹ ਸ਼ਬਦ, ਤੇ ਵਿਚਾਲੇ ਜਾ ਕੇ ਇਹਨੂੰ ਕੁਝ ਵੀ ਨਹੀਂ ਆਉਂਦਾ ਪਿਆ। ਸੋ ਕਿ ਆਪਾਂ ਪਹਿਲਾਂ ਕੀ ਰੱਖੀਏ, ਆਪਦੇ ਐਸੇ ਨੂੰ ਸ਼ੁਰੂ ਤੋਂ ਹੀ ਸਿੰਪਲ ਰੱਖੀਏ ਵੀ ਹਾਂਜੀ ਮੈਂ ਸਿੰਪਲਿਸਿਟੀ ਆਪਦੀ ਸ਼ੋ ਕਰ ਰਿਹਾ ਰਾਈਟਿੰਗ ਦੀ। ਠੀਕ ਹੈ ਜੀ। ਅੱਗੇ ਜਾ ਕੇ ਵੀ ਮੈਂ ਇਦਾਂ ਹੀ ਸਿੰਪਲ ਲਿਖੂੰਗਾ। ਤੁਸੀਂ ਆਪ ਹੀ ਹਿਸਾਬ ਲਾਓ ਵੀ ਲਾਈਕ ਜੇ ਆਪਾਂ ਨੂੰ ਰਾਈਟਿੰਗ ਦੇ ਵਿੱਚ ਆਪਾਂ ਨੂੰ ਸੌਖੇ ਤਰੀਕੇ ਨਾਲ ਕੋਈ ਐਸੇ ਪੜਿਆ ਜਾਵੇ ਤੇ ਆਪਾਂ ਉਹਨੂੰ ਵੱਧ ਨੰਬਰ ਦੇਵਾਂਗੇ ਕਿ ਜਿਹੜੇ ਪੜਨ ਦੇ ਲੱਗੇ ਆਪਣਾ ਜ਼ੋਰ ਲੱਗੇ ਜਾਂ ਕੋਈ ਆਪਾਂ ਨੂੰ ਔਖੇ ਸ਼ਬਦ ਸਮਝ ਨਾ ਆਉਣ। ਇਨਫੈਕਟ ਆਪਾਂ ਉਹਨੂੰ ਹੀ ਨੰਬਰ ਜ਼ਿਆਦਾ ਦੇਵਾਂਗੇ ਜੋ ਕਿ ਆਪਾਂ ਨੂੰ ਸੌਖਾ ਲੱਗੂਗਾ। ਇਹ ਰਿਊਮਰਸ ਨੇ ਵੀ ਆਪਾਂ ਬਹੁਤ ਹੀ ਜ਼ਿਆਦਾ ਔਖੀ ਵੋਕੈਬਲਰੀ ਵਰਤਣੀ ਆ, ਕੰਪਲੈਕਸ ਕੰਪਾਊਂਡ ਸੈਂਟੈਂਸ ਹਾਈ ਲੈਵਲ ਵਾਲੇ ਵਰਤਨੇ ਆ, ਐਡਵਰਬੀਅਲ ਕਲੋਜ਼ ਵਰਤਨੇ ਆ ਜਾਂ ਐਡਜੈਕਟਿਵ ਕਲੋਜ਼ ਵਰਤਨੇ ਆ। ਨਹੀਂ, ਇਦਾਂ ਦਾ ਕੁਝ ਨਹੀਂ ਆ। ਸੋ ਜਸਟ ਆਪਣੀ ਰਾਈਟਿੰਗ ਸਿੰਪਲ ਰੱਖੋ। ਹਾਂਜੀ, ਆਪਣੇ ਕੋਲ ਦਿੱਤਾ ਬਾਰ ਚਾਰਟ। ਬਾਰ ਚਾਰਟ ਕੰਪੇਅਰਸ, ਹਾਂਜੀ ਇਹਨੂੰ ਕੰਪੇਅਰਸ ਵੀ ਲਿਖ ਸਕਦੇ ਆ ਆਪਾਂ ਜਾਂ ਇਲਸਟ੍ਰੇਟ ਵੀ ਲਿਖ ਸਕਦੇ ਆ। ਇਲਸਟ੍ਰੇਟ ਦਾ ਮਤਲਬ ਹੁੰਦਾ ਇਨਫੋਰਮੇਸ਼ਨ ਅਬਾਊਟ, ਇਹ ਆਪਾਂ ਨੂੰ ਇਨਫੋਰਮੇਸ਼ਨ ਦਿੰਦਾ ਪਿਆ ਜਾਂ ਕੰਪੇਅਰ ਕਰਦਾ ਪਿਆ। ਕੰਪੇਅਰ ਕਿਹਨੂੰ ਕਰਦਾ ਪਿਆ ਜੀ? परसेंटेज। सेम लाइन चकांगे आप द परसेंटेज। हाँ जी, कुछ बच्चे इदां भी लिख देंगे परसेंटेज नूं परसेंटम लिखते हैं, परसेंटाइल लिखते हैं। नहीं, प्लीज वैल्यू के नाल कोई छेड़छाड़ ना करो, वैल्यू नूं एज इट इज ही रहन दो। परसेंटाइल का मतलब भी कुछ होर हुंदा, परसेंटम का मतलब भी कुछ होर हुंदा। वो तुहानूं आउण वाले दिनां दे विच दस्सांगे भी परसेंटम का मतलब की हुंदा, परसेंटाइल का मतलब की हुंदा। बट इनू परसेंटेज ही रहन दो, इहदे नाल तुहाडी कोई नंबर नहीं जाने। जो वैल्यू है एज इट इज, ਇਹਦਾ ਕੋਈ ਸਿਨੋਨਿਮ ਨਹੀਂ ਹੈਗਾ। ਨਾ ਪ੍ਰੋਪੋਰਸ਼ਨ ਲਿਖੋ ਇਹਨੂੰ, ਨਾ ਰੇਸ਼ੋ ਲਿਖੋ। ਰੇਸ਼ੋ ਵੀ ਕੋਈ ਹੋਰ ਚੀਜ਼ ਹੁੰਦੀ ਹੈ। ਪਰਸੈਂਟਮ, ਪਰਸੈਂਟਾਈਲ ਅਵੋਇਡ ਕਰੋ ਇਹਨਾਂ ਸ਼ਬਦਾਂ ਨੂੰ, ਸਿਰਫ ਇੱਥੇ ਪਰਸੈਂਟੇਜ ਲਿਖੋ। ਠੀਕ ਹੈ ਜੀ। ਦ ਬਾਰ ਚਾਰਟ ਕੰਪੇਅਰ ਦਾ ਪਰਸੈਂਟੇਜ ਆਫ, ਪਰਸੈਂਟੇਜ ਕਿੰਨਾ ਦੀ ਹੈ ਜੀ? ਪਰਸੈਂਟੇਜ ਕਿੰਨਾ ਦੀ ਆ? ਗਰਲਸ ਐਂਡ ਬॉयਜ਼ ਦੀ। ਪਰਸੈਂਟੇਜ ਆਫ ਗਰਲਸ ਐਂਡ ਬॉयਜ਼। ਹਾਂਜੀ, ਗਰਲਸ ਤੇ ਬॉयਜ਼ ਦੀ ਪਰਸੈਂਟੇਜ ਹੈ ਜਿਹੜੇ ਕਿ ਕੀ ਸੀਗੇ, ਪ੍ਰੋਫੀਸ਼ੀਐਂਟ ਸੀਗੇ ਫੋਰਨ ਲੈਂਗੁਏਜ ਵਿੱਚ। हाँ जी, इन्हां दी वर्ड चॉइस हुण आपां डिफरेंट करांगे, इन्हां नूं पैराफ्रेज करांगे आपां। हु वर। वर क्यों आऊगा राजी? क्वेश्चन इत्थे राइट हुंदा, वर तां आऊगा क्योंकि 2001 कदों दा साल है? पास दा साल है। हु वर एक्सपर्ट। प्रोफिशिएंट नूं आपां की लिखता? एक्सपर्ट। हु वर एक्सपर्ट इन फॉरेन लैंग्वेज नूं की लिख दांगे आपां? सेकंड लैंग्वेज। फॉरेन लैंग्वेज नूं राजी सेकंड लैंग्वेज भी कहा जाता है। Who were expert in second language in 2001। That's it। Just ਆਪਾਂ ਇਹਨਾਂ ਨੂੰ ਕਲੈਰਿਟੀ ਦੇਤੀ ਵੀ ਸਾਡੇ ਟਾਸਕ ਦੇ ਵਿੱਚ ਅਸੀਂ ਕੀ ਦੱਸਣ ਜਾ ਰਹੇ ਹਾਂ। ਸਾਡੇ ਟਾਸਕ ਦੇ ਵਿੱਚ ਇਹ ਦੱਸਣ ਜਾ ਰਹੇ ਵੀ ਜਿਹੜਾ ਸਾਡਾ ਟਾਸਕ ਹੈ ਉਹ ਕੰਪੇਅਰ ਕਰ ਰਿਹਾ ਪਰਸੈਂਟੇਜ ਗਰਲਸ ਐਂਡ ਬॉयਜ਼ ਦੀ, ਜਿਹੜੇ ਕਿ ਪ੍ਰੋਫੀਸ਼ੀਐਂਟ ਸੀਗੇ ਜਾਂ ਐਕਸਪਰਟ ਸੀਗੇ ਸੈਕੰਡ ਲੈਂਗੁਏਜ ਦੇ ਵਿੱਚ ਇਨ 2001 ਦੇ ਵਿੱਚ। That's it। ਇੰਨੀ ਕਿ ਜਸਟ ਆਪਣੀ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ, ਬਹੁਤ ਹੀ ਜ਼ਿਆਦਾ ਸਿੰਪਲ ਹੋਣੀ ਚਾਹੀਦੀ ਹੈ। ਨਾ ਕੋਈ ਆਪਾਂ ਇਹਦੇ ਵਿੱਚ ਦੇਖੋ ਤੁਸੀਂ कोई वाइड रेंज ऑफ वोकैबुलरी वरती है, ना ही कोई कंपलैक्स कंपाउंड सेंटेंस वरते हैं। जस्ट अपन नॉर्मल लिखा, जस्ट आइडिया क्लीयर किया एग्जामिनर नूं भी साडी गल कादे बारे होगी। हाँ जी, जे तुसीं शो ऑफ करने की कोशिश करोगे आपदे नंबर गवाओगे, ਉਹਦਾ कोई फायदा नहीं होना। सो जिन्ना भी हो सकता आपदी राइटिंग नूं तुसीं सिंपल लिखो। हाँ जी, जिवें कि मैं दस्सिया सीगा भी हुण अपनी इंट्रोडक्शन लिख चुके हैं आपां, उस तो बाद अपनी कादी वारी आउंदी है? ओवरऑल दी। कादी वारी आउंदी है जी? सो ओवरऑल
ਓਵਰਆਲ ਤੋਂ ਬਾਅਦ ਇੱਕ ਬਹੁਤ ਸੋਹਣਾ ਕਨੈਕਟਰ ਹੈਗਾ ਓਵਰਆਲ what stands out from the graph। ਜਸਟ ਇਹ ਕੋਈ ਔਖੀ ਗੱਲ ਨਹੀਂ ਆ। ਓਵਰਆਲ ਆਪਾਂ ਨੂੰ ਗ੍ਰਾਫ ਦੇ ਵਿੱਚੋਂ ਵੇਖਣ ਨੂੰ ਕੀ ਮਿਲਦਾ ਹੈ, ਜਸਟ ਮੈਂ ਇੰਨੀ ਗੱਲ ਹੀ ਲਿਖੀ ਆ। ਓਵਰਆਲ ਆਪਾਂ ਨੂੰ ਗ੍ਰਾਫ ਦੇ ਵਿੱਚੋਂ ਵੇਖਣ ਨੂੰ ਕੀ ਮਿਲਦਾ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ, ਚਾਈਨਾ ਦੇ ਵਿੱਚ ਕੌਣ ਜ਼ਿਆਦਾ ਹੈ, ਗਰਲਸ ਜ਼ਿਆਦਾ ਨੇ। ਰੋਮਾਨੀਆ ਦੇ ਵਿੱਚ ਗਰਲਸ ਜ਼ਿਆਦਾ ਨੇ। ਥਾਈਲੈਂਡ ਦੇ ਵਿੱਚ ਬॉयਜ਼ ਜ਼ਿਆਦਾ ਨੇ। ਇੰਡੀਆ ਦੇ ਵਿੱਚ ਗਰਲਸ, ਰਸ਼ੀਆ ਦੇ ਵਿੱਚ ਵੀ ਗਰਲਸ, ਵੀਅਤਨਾਮ ਦੇ ਵਿੱਚ ਵੀ ਗਰਲਸ। ਠੀਕ ਹੈ ਜੀ। ਓਵਰਆਲ ਦਾ ਮਤਲਬ ਹੁੰਦਾ ਆਲ। ਇਹ ਸ਼ਬਦ ਕਾਊਂਟ ਕਰਦਾ ਓਵਰਆਲ, ਮਤਲਬ ਸਾਰੇ ਗ੍ਰਾਫ ਦਾ ਨਿਚੋੜ ਕੱਢ ਕੇ ਦੱਸਣਾ ਆਪਾਂ ਵੀ ਮੋਟਾ-ਮੋਟਾ ਉਹਨਾਂ ਨੇ ਗੱਲ ਕਾਦੀ ਕੀਤੀ ਆ। ਠੀਕ ਹੈ ਜੀ। ਓਵਰਆਲ ਆਪਾਂ ਨੂੰ ਇਹ ਵੇਖਣ ਨੂੰ ਮਿਲਦਾ ਵੀ ਸਾਰਿਆਂ ਦੇ ਵਿੱਚ ਕੌਣ ਜ਼ਿਆਦਾ ਸੀਗੇ, ਗਰਲਸ ਜ਼ਿਆਦਾ ਸੀਗੇ। ਕਿਹਨੂੰ ਛੱਡ ਕੇ? ਥਾਈਲੈਂਡ ਨੂੰ ਛੱਡ ਕੇ। ਠੀਕ ਹੈ ਜੀ। ਓਵਰਆਲ what stand out from the graph is that, ਹਾਂਜੀ ਕੀ ਦਿੱਤੀ ਹੋਈ ਆਪਾਂ ਨੂੰ? ਪਰਸੈਂਟੇਜ, that the percentage of, ਪਰਸੈਂਟੇਜ ਕਿਹਨਾਂ ਦੀ ਜ਼ਿਆਦਾ ਸੀਗੀ? ਗਰਲਸ ਦੀ। percentage of girls was higher। ਹਾਂਜੀ, ਇੱਥੇ ਆਪਾਂ ਹਾਈਐਸਟ ਕਿਉਂ ਨਹੀਂ ਵਰਤਿਆ, ਹਾਇਰ ਕਿਉਂ ਵਰਤਿਆ? ਕਿਉਂਕਿ ਆਪਣਾ ਕੰਪੈਰੀਜ਼ਨ ਕਿਹਦੇ ਨਾਲ ਹੈ? ਬॉयਜ਼ ਨਾਲ ਹੈ। ਜਦੋਂ ਆਪਾਂ ਦੋ ਚੀਜ਼ਾਂ 'ਚ ਕੰਪੈਰੀਜ਼ਨ ਕਰਨਾ ਹੋਵੇ ਉਦੋਂ ਆਪਾਂ ਕੰਪੈਰੀਟਿਵ ਫਾਰਮ ਲਾਉਣੀ ਆ। ਜਦੋਂ ਆਪਾਂ ਹੋਲ ਆਫ ਦਾ ਕਲਾਸ ਨਾਲ ਜਾਂ ਸਾਰੀਆਂ ਕੰਟਰੀਜ਼ ਦੇ ਨਾਲ ਕੰਪੈਰੀਜ਼ਨ ਕਰਨਾ ਹੋਵੇ ਜਾਂ ਸਾਰੇ ਕਾਸੇ ਦੇ ਨਾਲ ਕੰਪੈਰੀਜ਼ਨ ਕਰਨਾ ਹੋਵੇ ਉਦੋਂ ਸੁਪਰਲੇਟਿਵ ਫਾਰਮ ਆਊਗੀ, ਜੋ ਕਿ EST ਵਾਲੀ ਹੁੰਦੀ ਆ। ER ਵਾਲੀ ਕੰਪੈਰੀਟਿਵ ਫਾਰਮ ਹੁੰਦੀ ਆ। ਜਿਵੇਂ ਮੰਨ ਕੇ ਚਲੋ ਮੈਂ ਫੋਰ ਐਗਜ਼ਾਮਪਲ ਦਵਾਂ ਬਈ S ਨਾਮ ਦਾ ਮੁੰਡਾ M ਨਾਮ ਦੇ ਮੁੰਡੇ ਨਾਲੋਂ ਕੀ ਹੈ? ਟੌਲਰ ਹੈ। ਕੀ ਕਹਾਂਗੇ ਆਪਾਂ? ਟੌਲਰ ਹੈ। ਠੀਕ ਹੈ ਜੀ। ਦੋਨਾਂ 'ਚ ਹੋ ਰਿਹਾ ਕੰਪੈਰੀਜ਼ਨ। S ਨਾਮ ਦਾ ਮੁੰਡਾ ਆਪਣੀ ਸਾਰੀ ਕਲਾਸ ਨਾਲੋਂ ਕੀ ਹੈ? ਟੌਲੈਸਟ ਹੈ। ਲਓ ਜੀ, ਬਹੁਤ ਜਣਿਆਂ 'ਚ ਜੇ ਕੰਪੈਰੀਜ਼ਨ ਹੁੰਦਾ ਫਿਰ ਆਪਾਂ ਉਹਨੂੰ ਟੌਲੈਸਟ ਕਹਿੰਦੇ ਆ। ਜੇ ਦੋ ਜਣਿਆਂ 'ਚ ਕੰਪੈਰੀਜ਼ਨ ਹੁੰਦਾ ਫਿਰ ਉਹਨੂੰ ਆਪਾਂ ਕੀ ਕਹਿੰਦੇ ਆ? ਟੌਲਰ ਹੈ। ਇਹ ਹੁੰਦਾ ਕੰਪੈਰੀਟਿਵ ਤੇ ਸੁਪਰਲੇਟਿਵ ਫਾਰਮ 'ਚ ਡਿਫਰੈਂਸ। ਹਾਂਜੀ, ਜੋ ਕਿ ਆਪਾਂ ਨੂੰ ਸਕੂਲਾਂ ਦੇ ਵਿੱਚ ਵੀ ਸਿਖਾਇਆ ਜਾਂਦਾ। ਠੀਕ ਹੈ ਜੀ। ਜੋ ਕਿ ਗਰਲਸ ਸੀਗੇ ਹਾਇਰ ਸੀਗੇ। ਠੀਕ ਹੈ ਜੀ, ਬॉयਜ਼ ਦੇ ਨਾਲੋਂ ਹਰੇਕ ਕੰਟਰੀਜ਼ ਦੇ ਵਿੱਚ। the percentage of girls was higher in all the countries except for, ਹਾਂਜੀ except for ਦਾ ਮਤਲਬ ਹੁੰਦਾ ਇਹਨੂੰ ਛੱਡ ਕੇ। ਕਿਹਨੂੰ ਛੱਡ ਕੇ ਜੀ? ਥਾਈਲੈਂਡ ਨੂੰ ਛੱਡ ਕੇ। ਕੈਪੀਟਲ ਲੈਟਰ ਹਮੇਸ਼ਾ ਆਊਗਾ ਕਿਸੇ ਵੀ ਕੰਟਰੀ ਦਾ ਨਾਮ ਲਿਖਣਾ ਉੱਤੇ, ਉਦੋਂ ਆਪਾਂ ਕੈਪੀਟਲ ਲੈਟਰ ਹੀ ਹਮੇਸ਼ਾ ਲਿਖਦੇ। ਠੀਕ ਹੈ ਜੀ। ਇੱਥੋਂ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਓਵਰਆਲ ਆਪਾਂ ਨੂੰ ਗ੍ਰਾਫ ਦੇ ਵਿੱਚੋਂ ਦੇਖਣ ਨੂੰ ਕੀ ਮਿਲਦਾ, ਗਰਲਸ ਦੀ ਪਰਸੈਂਟੇਜ ਹਾਇਰ ਸੀਗੀ ਇਨ ਆਲ ਦਾ ਕੰਟਰੀਜ਼ ਐਕਸੈਪਟ ਫॉर ਥਾਈਲੈਂਡ। ਕਿਹਨੂੰ ਛੱਡ ਕੇ? ਥਾਈਲੈਂਡ ਨੂੰ ਛੱਡ ਕੇ। ਹਾਂਜੀ, ਇਹ ਬਹੁਤ ਹੀ ਫੈਸੀਨੇਟਿੰਗ ਸਟਰਕਚਰ ਹੈਗਾ, ਜੋ ਕਿ ਆਲ ਲੱਗਿਆ ਹੋਵੇ ਤੇ ਐਕਸੈਪਟ ਫॉर ਲੱਗਿਆ ਹੋਵੇ। ਜੇ ਤੁਸੀਂ ਆਲ ਨਹੀਂ ਲਿਖਦੇ, ਐਕਸੈਪਟ ਫॉर ਲਿਖਦੇ ਹੋ, ਇਹ ਸਟਰਕਚਰ ਤੁਹਾਡਾ ਗਲਤ ਹੋ ਜਾਂਦਾ, ਕਿਉਂਕਿ ਕੰਪੈਰੀਜ਼ਨ ਕਰਕੇ ਹੀ ਆਪਾਂ ਦੱਸਾਂਗੇ ਐਕਸੈਪਟ ਫॉर। ਜਿਵੇਂ ਮੰਨ ਕੇ ਚਲੋ ਮੈਂ ਸਾਰੇ ਗੱਲ ਕਰਾਂ ਇੱਥੇ ਵੀ ਸਾਰੀ ਕੰਟਰੀਆਂ ਦੇ ਵਿੱਚ ਕੌਣ ਸੀਗੇ? ਗਰਲਸ ਸੀਗੇ ਹਾਇਰ। ਕਿਹਨੂੰ ਛੱਡ ਕੇ? ਥਾਈਲੈਂਡ ਨੂੰ ਛੱਡ ਕੇ। ਜੇ ਹੁਣ ਕਹਾਂ ਗਰਲਸ ਹਾਇਰ ਹੈ ਥਾਈਲੈਂਡ ਨੂੰ ਛੱਡ ਕੇ, ਕੋਈ ਗੱਲ ਨਹੀਂ ਬਣਦੀ। ਉਸ ਕਰਕੇ ਹੀ ਇੰਗਲਿਸ਼ ਦੇ ਵਿੱਚ ਇਦਾਂ ਹੁੰਦਾ ਆਲ ਦਾ ਕੰਟਰੀਜ਼ ਐਕਸੈਪਟ ਫॉर ਥਾਈਲੈਂਡ, ਤਾਂ ਕਰਕੇ ਐਕਸੈਪਟ ਫॉर ਲੱਗਦਾ ਆਪਣਾ ਸਟਰਕਚਰ। ਠੀਕ ਹੈ ਜੀ। ਨਾਲੇ ਆਪਣਾ ਆਲ ਕਵਰ ਹੋ ਗਿਆ। ਆਲ ਦੇਖੋ ਕਿਵੇਂ ਕਵਰ ਹੋਇਆ, ਇੱਥੋਂ ਆਲ ਕਵਰ ਹੋਇਆ। ਕਈ ਟੀਚਰ ਇੱਥੇ ਲਿਖਾਉਂਦੇ ਜਸਟ ਤੁਸੀਂ ਕੀ ਲਿਖ ਦੋ? ਹਾਈਐਸਟ ਲਿਖ ਦੋ, ਲੋਵੈਸਟ ਲਿਖ ਦੋ। ਨਹੀਂ, ਉਹ ਸਟਰਕਚਰ ਬਿਲਕੁਲ ਗਲਤ ਹੈ। ਜਦੋਂ ਓਵਰਆਲ ਇਹਨਾਂ ਨੇ ਕਿਹਾ ਹੋਇਆ, ਆਲ ਦਾ ਮਤਲਬ ਹੀ ਆਲ ਨੂੰ ਕੰਸੀਡਰ ਕਰੋ ਤੁਸੀਂ। ਠੀਕ ਹੈ ਜੀ। ਇਹ ਨਹੀਂ ਹੁੰਦਾ ਵੀ ਇਕੱਲਾ ਹਾਈਐਸਟ ਲਿਖਤਾ, ਠੀਕ ਹੈ ਜੀ, ਲੋਵੈਸਟ ਲਿਖਤਾ, ਦੈਟ ਇਜ਼ ਵੀ ਆ ਕਿੱਥੇ ਜਾਣਗੇ। ਨਹੀਂ, ਇਹਨਾਂ ਦੀ ਵੀ ਥੋੜੀ ਬਹੁਤ ਗੱਲ ਆਪਾਂ ਨੂੰ ਕਰਨੀ ਹੀ ਪੈਂਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹਜੇ ਅਧੂਰਾ ਆਪਣਾ, ਉਸ ਤੋਂ ਬਾਅਦ ਇੱਕ ਹੋਰ ਲਿਖਦੇ ਹਾਂ ਲਾਈਨ ਹਾਊਐਵਰ। ਹਾਊਐਵਰ ਦਾ ਮਤਲਬ ਹੁੰਦਾ ਜਦ ਕਿ। ਕਨੈਕਟਰ ਲਾਉਣਾ ਜ਼ਰੂਰੀ ਹੈ ਜੀ। ਜਦ ਕਿ ਹੁਣ ਆਪਾਂ ਕੀ ਲਾਈਨ ਬਣਾ ਸਕਦੇ ਹਾਂ? ਦੇਖੋ ਤੁਸੀਂ, ਹੁਣ ਆਪਾਂ ਇਹ ਲਾਈਨ ਬਣਾ ਸਕਦੇ ਹਾਂ ਲਾਈਕ ਫੋਰ ਐਗਜ਼ਾਮਪਲ ਜੋ ਕਿ ਥਾਈਲੈਂਡ ਹੈਗਾ। ਹਾਊਐਵਰ ਥਾਈਲੈਂਡ had the minimum percentage of both the genders। ਦੇਖੋ ਜੀ, ਥਾਈਲੈਂਡ ਕੋਲੇ ਮਿਨੀਮਮ ਪਰਸੈਂਟੇਜ ਆ। ਆ ਦੇਖੋ, ਇਹ ਵੀ ਘੱਟ ਹੈ, ਇੱਥੇ ਇਹ ਵੀ ਘੱਟ ਹੈ, ਗਰਲਸ ਵੀ ਘੱਟ ਹੈ, ਬॉयਜ਼ ਵੀ ਘੱਟ ਹੈ। ਲਓ ਜੀ, ਆਪਾਂ ਮਿਨੀਮਮ ਵਾਲੀ ਲਾਈਨ ਹੋਰ ਐਡ ਕਰਤੀ ਇਹਦੇ ਵਿੱਚ ਜਸਟ ਕਲੈਰਿਟੀ ਦੇਣ ਵਾਸਤੇ। ਠੀਕ ਹੈ ਜੀ। ਦੋ ਲਾਈਨ ਆਪਣੀ ਕਵਰ ਹੋ ਗਈਆਂ। ਇੱਕ ਤਾਂ ਆਪਾਂ ਆਲ ਬਾਰੇ ਦੱਸਤਾ, ਇੱਕ ਸਾਰਿਆਂ ਨਾਲੋਂ ਮਿਨੀਮਮ ਦੱਸਤਾ। ਗਰਲਸ ਹਾਇਰ ਸੀਗੇ ਸਾਰੀ ਕੰਟਰੀ ਦੇ ਵਿੱਚ ਥਾਈਲੈਂਡ ਨੂੰ ਛੱਡ ਕੇ,
ਤੇ ਇੱਕ ਜਸਟ ਆਪਾਂ ਮਿਨੀਮਮ ਲਿਖਤਾ ਦੋਵੇਂ ਜੈਂਡਰਸ ਦਾ, ਨਾਲੇ ਦੋਵੇਂ ਜੈਂਡਰ ਦੀ ਗੱਲ ਹੋ ਗਈ, ਨਾਲੇ ਗਰਲਸ ਦੀ ਗੱਲ ਹੋ ਗਈ, ਠੀਕ ਹੈ ਜੀ, ਕਿਹਦੇ ਕਿਹਦੇ ਵਿੱਚ ਹਾਇਰ ਸੀਗੇ। ਇੱਥੇ ਜਸਟ ਆਪਣਾ ਓਵਰਆਲ ਖਤਮ ਹੋ ਜਾਂਦਾ, ਬਟ ਆਲ ਦੀ ਗੱਲ ਕਰਨੀ ਜ਼ਰੂਰੀ ਹੁੰਦੀ ਆ ਹਮੇਸ਼ਾ, ਠੀਕ ਹੈ ਜੀ। ਆਹ ਸਟਰਕਚਰ ਲਾ ਕੇ ਤੁਸੀਂ ਹਮੇਸ਼ਾ ਆਪਣੀ ਗੱਲ ਕਰ ਸਕਦੇ ਹੋ, ਹਰੇਕ ਟਾਸਕ ਇਦਾਂ ਦੇ ਹੀ ਹੁੰਦੇ ਨੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ BP1 ਐਂਡ BP2 ਦੀ, ਜੋ ਕਿ ਆਪਾਂ BP1 ਤੇ BP2 ਦੇ ਵਿੱਚ ਕਿਵੇਂ ਡਿਵਾਈਡ ਕਰਨਾ। ਆਪਾਂ ਬਹੁਤ ਸਾਰੇ ਬੱਚਿਆਂ ਦਾ ਕੁਐਸਚਨ ਹੁੰਦਾ ਵੀ ਇਹਨੂੰ ਡਿਵਾਈਡੇਸ਼ਨ ਕਿਵੇਂ ਕਰੀਏ। ਕੰਟਰੀਜ਼ ਆਪਣੇ ਕੋਲ 6 ਹੈਗੀਆਂ, ਜੈਂਡਰ ਆਪਣੇ ਕੋਲ 2 ਹੈਗੇ ਆ, ਠੀਕ ਹੈ ਜੀ, ਕਿੱਦਾਂ ਡਿਵਾਈਡ ਕੀਤਾ ਜਾਵੇ। ਫਸਟ ਆਫ ਆਲ ਆਪਾਂ ਮੇਨ ਟ੍ਰੈਂਡਸ ਤੇ ਧਿਆਨ ਦੇਈਏ, ਜੋ ਕਿ ਮੇਨ ਫੀਚਰਸ ਨੇ। ਹਰੇਕ ਟਾਸਕ ਦੀ ਮੰਗ ਹੁੰਦੀ ਹੈ ਵੀ ਮੇਨ ਫੀਚਰ ਹੀ ਲਿਖਣੇ ਆ ਤੁਸੀਂ। ਮੇਨ ਫੀਚਰ ਉਹ ਕਿਉਂ ਕਹਿੰਦੇ ਆ? ਕਿਉਂਕਿ ਕੰਸਾਈਜ਼ ਰਾਈਟਿੰਗ ਮੰਗ ਹੈ। ਕੰਸਾਈਜ਼ ਰਾਈਟਿੰਗ ਦਾ ਮਤਲਬ ਹੁੰਦਾ ਵੀ ਹਰੇਕ ਸ਼ਬਦ ਨੂੰ ਨੈਰੋ ਕਰਕੇ ਲਿਖਣਾ। ਜ਼ਰੂਰੀ ਨਹੀਂ ਵੀ ਖਲਾਰਾ ਪਾਣਾ, ਆਪਾਂ ਜਸਟ ਉਹਨੂੰ ਨੈਰੋ ਕਰਕੇ ਲਿਖੀ ਚੱਲੀਏ, ਠੀਕ ਹੈ ਜੀ, ਜੋ ਕਿ ਆਪਾਂ ਨੂੰ ਪੜ੍ਹਨ 'ਚ ਵੀ ਵਧੀਆ ਲੱਗੇ ਤੇ ਆਪਾਂ ਨੂੰ ਓਵਰਆਲ ਗੱਲ ਵੀ ਸਮਝ ਆ ਜੇ, ਠੀਕ ਹੈ ਜੀ। ਮੇਨ ਫੀਚਰ ਹੁੰਦੇ ਆ ਫਸਟ ਹਾਈਐਸਟ, ਸੈਕੰਡ ਹਾਈਐਸਟ, ਠੀਕ ਹੈ ਜੀ, ਲੋਵੈਸਟ ਤੇ ਸਿਮਿਲਰ। ਦੈਟਸ ਇਟ। ਜਸਟ ਆਪਾਂ ਆਹ ਗੱਲਾਂ ਲਿਖਣੀ ਹੁੰਦੀਆਂ। ਮੇਨ ਫੀਚਰ ਆਪਣੇ ਆ ਹੁੰਦੇ ਆ, ਫਸਟ ਹਾਈਐਸਟ ਦੱਸਣਾ ਆਪਣਾ, ਸੈਕੰਡ ਹਾਈਐਸਟ ਦੱਸਣਾ, ਲੋਵੈਸਟ ਦੱਸਣਾ ਤੇ ਸਿਮਿਲਰ ਦੱਸਣਾ। ਹੋਰ ਵਿੱਚ ਵਿਚਾਲੇ ਜੋ ਕੁਝ ਮਰਜ਼ੀ ਹੁੰਦਾ ਹੋਵੇ ਆਪਾਂ ਨਹੀਂ ਦੱਸਾਂਗੇ। ਹਾਂਜੀ, BP1 ਤੇ BP2 ਡਿਵਾਈਡ ਕਿਵੇਂ ਕਰਨਾ? ਫਸਟ ਆਫ ਆਲ ਜਿਹੜੀ ਚੀਜ਼ ਘੱਟ ਹੋਵੇ ਆਪਾਂ ਉਸ ਦੇ ਹਿਸਾਬ ਨਾਲ ਡਿਵਾਈਡ ਕਰਨਾ। ਦੇਖੋ ਕੰਟਰੀਜ਼ ਕਿੰਨੀ ਆਪਣੇ ਕੋਲੇ 1 2 3 4 5 6 ਕੰਟਰੀਜ਼ ਨੇ, ਠੀਕ ਹੈ ਜੀ। ਜੈਂਡਰ ਕਿੰਨੇ ਆਪਣੇ ਕੋਲੇ? 2 ਜੈਂਡਰਸ ਨੇ। ਹਾਂਜੀ, ਘੱਟ ਕਿਹੜੀ ਚੀਜ਼ ਆਪਣੇ ਕੋਲੇ? ਜੈਂਡਰ ਦੀ ਆ ਆਬਵੀਅਸਲੀ। ਸੋ ਆਪਾਂ BP ਇਹਦੇ ਨਾਲ ਹਿਸਾਬ ਨਾਲ ਡਿਵਾਈਡ ਕਰ ਲਾਂਗੇ। ਪਹਿਲੇ BP 'ਚ ਆਪਾਂ ਕਿਹਨਾਂ ਦੀ ਗੱਲ ਕਰ ਲਾਂਗੇ? ਗਰਲਸ ਦੀ ਗੱਲ ਕਰ ਲਾਂਗੇ। ਦੂਜੇ BP 'ਚ ਕਿਹਨਾਂ ਦੀ ਗੱਲ ਕਰ ਲਾਂਗੇ? ਬॉयਜ਼ ਦੀ ਗੱਲ ਕਰ ਲਾਂਗੇ। ਤੇ ਜੇ ਆਪਾਂ ਇਦਾਂ BP ਬਣਾਉਣ ਲੱਗੇ, ਇਹਦਾ ਆਪਣੇ ਕੋਲ ਕਿੰਨੇ BP ਬਣ ਜਾਣਗੇ? ਜੇ ਦੋ ਵੀ ਲੈ ਕੇ ਚੱਲਾਂਗੇ 3 BP ਬਣ ਜਾਣਗੇ। ਨਹੀਂ, ਆਪਾਂ ਕਾਹਤੇ ਫੋਕਸ ਕਰਨਾ? ਮੇਨ ਫੀਚਰਸ ਤੇ ਕੰਸਾਈਜ਼ ਰਾਈਟਿੰਗ ਤੇ। ਕੰਸਾਈਜ਼ ਰਾਈਟਿੰਗ ਜੋ ਕਿ ਮੰਗ ਹੈ ਟਾਸਕ ਦੀ, ਠੀਕ ਹੈ ਜੀ। ਪਹਿਲਾ BP ਹੋ ਜਾਊਗਾ ਆਪਣਾ ਗਰਲਸ ਦਾ, ਦੂਜਾ BP ਹੋ ਜਾਊਗਾ ਆਪਣਾ ਬॉयਜ਼ ਦਾ। ਜੇ ਗਰਲਸ ਦੀ ਗੱਲ ਕਰ ਰਹੇ ਆ ਵਿੱਚ ਬॉयਜ਼ ਨਹੀਂ ਇੰਕਲੂਡ ਕਰਨੇ, ਜੇ ਬॉयਜ਼ ਦੀ ਗੱਲ ਕਰ ਰਹੇ ਆ ਵਿੱਚ ਗਰਲਸ ਨਹੀਂ ਇੰਕਲੂਡ ਕਰਨੀਆਂ, ਕਿਉਂਕਿ ਆਪਣੀ ਇਹਦੇ ਨਾਲ ਕੋਹੀਜ਼ਨ ਐਂਡ ਕੋਹੈਰੈਂਸ ਵਧੀਆ ਜਾਊਗੀ, ਠੀਕ ਹੈ ਜੀ। ਲਿੰਕਿੰਗ ਹੋ ਜਾਊਗੀ ਵੀ ਪੜ੍ਹਨ ਵਾਲੇ ਨੂੰ ਬਹੁਤ ਆਸਾਨੀ ਹੋਊਗੀ ਵੀ ਬੱਚਾ ਗਰਲਸ ਦੀ ਗੱਲ ਕਰ ਰਿਹਾ ਤਾਂ ਗਰਲਸ ਦੀ ਹੀ ਗੱਲ ਕਰ ਰਿਹਾ, ਜੇ ਬॉयਜ਼ ਦੀ ਗੱਲ ਕਰ ਰਿਹਾ ਵਿੱਚ ਗਰਲਸ ਵੀ ਇੰਕਲੂਡ ਕਰ ਰਿਹਾ, ਠੀਕ ਹੈ ਜੀ। ਉਹਨੂੰ ਵਾਰੀ ਟਾਸਕ ਤੇ ਨਿਗਾਹ ਮਾਰਨ ਦੀ ਮਤਲਬ ਲੋੜ ਹੀ ਨਹੀਂ ਪੈਣੀ ਉਹਨਾਂ ਨੂੰ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਣੀ ਇਸ ਦੇ ਵਿੱਚ, ਠੀਕ ਹੈ ਜੀ। ਸੋ ਕਨੈਕਟਰ ਹੈਗਾ ਆਪਣੇ ਕੋਲੇ with regards to boys, ਸੌਰੀ girls, ਪਹਿਲਾਂ girls ਦੀ ਗੱਲ ਕਰ ਲਈ ਆਪਾਂ, with regards to girls, ਠੀਕ ਹੈ ਜੀ। with regards ਦਾ ਮਤਲਬ ਹੁੰਦਾ ਜੇ ਮੈਂ girls ਦੀ ਗੱਲ ਕਰਾਂ ਤਾਂ, ਠੀਕ ਹੈ ਜੀ। ਕਿਹੜੇ ਕਿਹੜੇ ਮੇਨ ਫੀਚਰ ਆਪਣੇ? ਫਸਟ ਹਾਈਐਸਟ, ਸੈਕੰਡ ਹਾਈਐਸਟ, ਲੋਵੈਸਟ, ਸਿਮਿਲਰ। ਹਾਂਜੀ, ਹੁਣ ਮੈਂ ਤੁਹਾਨੂੰ ਇੱਕ ਸਿਖਾਉਣ ਜਾ ਰਿਹਾ, ਇੱਕ ਫੈਸੀਨੇਟਿੰਗ ਸਟਰਕਚਰ ਹੈ ਜੋ ਕਿ ਕੰਪੇਅਰ ਕਰੂਗਾ ਦੋਨਾਂ ਨੂੰ। ਕੰਪੈਰੀਜ਼ਨ ਵੀ ਇਹਦਾ ਮਤਲਬ ਮੇਨ ਫੰਡਾ ਹੈਗਾ, ਜੋ ਕਿ ਆਪਾਂ ਨੂੰ ਟਾਸਕ ਦੇ ਵਿੱਚ ਦਿੱਤਾ ਹੁੰਦਾ। ਸਮਰਾਈਜ਼ ਦ ਇਨਫੋਰਮੇਸ਼ਨ, ਮੇਕ ਕੰਪੈਰੀਜ਼ਨ ਵੇਅਰ ਰੈਲੇਵੈਂਟ ਐਂਡ ਸਟੇਟ ਦ ਮੇਨ ਫੀਚਰਸ। ਦਾ ਪਰਸੈਂਟੇਜ ਨੂੰ ਪਰਸੈਂਟੇਜ ਹੀ ਰਹਿਣ ਦਿਓ, ਕੋਈ ਦਿੱਕਤ ਨਹੀਂ ਹੈਗੀ। ਆਪਾਂ ਰੈਪੀਟੀਸ਼ਨ ਕਰੀ ਜਾਂਦੇ ਆ ਪਰਸੈਂਟੇਜ ਦੀ, ਬਟ ਵੈਲਿਊ ਨੂੰ ਆਪਾਂ ਨਹੀਂ ਚੇਂਜ ਕਰ ਸਕਦੇ। ਵੈਲਿਊ ਨੂੰ ਜੇ ਚੇਂਜ ਕਰੋਗੇ ਤਾਂ ਆਪਦੇ ਤੁਸੀਂ ਨੰਬਰ ਘਟਾਓਗੇ, ਇਸ ਕਰਕੇ ਇਹਨੂੰ ਐਜ਼ ਇਟ ਇਜ਼ ਹੀ ਲਿਖਿਆ ਰਹਿਣ ਦਿਓ ਪਰਸੈਂਟੇਜ ਨੂੰ। ਦਾ ਪਰਸੈਂਟੇਜ ਆਫ them, ਹਾਂਜੀ। ਹੁਣ ਤੁਸੀਂ ਪੁੱਛੋਗੇ them ਕੌਣ ਹੈ? them girls, percentage of them, percentage girls ਦੀ ranged from, fascinating structure ਹੈ ਰਾਜੇ, ranged from a high of value in preposition ਹੈ ਇਹ, ਉਹ ਤੋਂ ਬਾਅਦ category to a low of value preposition category, ਠੀਕ ਹੈ ਜੀ। ਹਾਂਜੀ, ਇਹਦੇ ਵਿੱਚ ਰੇਂਜ ਦਾ ਮਤਲਬ ਹੁੰਦਾ ਹਾਈ ਵੈਲਿਊ ਤੇ ਲੋ ਵੈਲਿਊ। ਰੇਂਜ ਦਾ ਮਤਲਬ ਹੈ ਹਾਈ ਲਿਮਿਟ ਤੇ ਲੋਅਰ ਲਿਮਿਟ, ਠੀਕ ਹੈ ਜੀ। ਤੁਸੀਂ ਡਿਕਸ਼ਨਰੀ ਤੇ ਜਾ ਕੇ ਇਸ ਵਰਡ ਦਾ ਮੀਨਿੰਗ ਦੇਖ ਸਕਦੇ ਹੋ, ਤੁਹਾਨੂੰ 3-4 ਉਹਦੇ ਵਿੱਚ ਵਰਡ ਮਿਲਣਗੇ, ਜੋ ਕਿ ਰੇਂਜ ਦਾ ਇੱਕ ਦੇ ਵਿੱਚ ਮਤਲਬ ਹੁੰਦਾ ਹਾਈਅਰ ਵੈਲਿਊ ਤੇ ਲੋਅਰ ਵੈਲਿਊ। ਹਾਂਜੀ, ਜੋ ਕਿ ਆਪਣੀ ਹਾਈਅਰ ਵੈਲਿਊ ਫਸਟ ਹਾਈਐਸਟ, ਲੋਅਰ ਵੈਲਿਊ ਆਪਣੀ ਲੋਵੈਸਟ। ਹਾਂਜੀ, ਪਰਸੈਂਟੇਜ ਗਰਲਸ ਦੀ, ਦਾ ਪਰਸੈਂਟੇਜ ਆਫ them ranged from
ਆ ਹਾਈ ਆਫ, ਹਾਈ ਕਿੱਥੇ ਗਰਲਸ, ਪਹਿਲਾਂ ਗਰਲਸ ਦੇਖੋ ਰੈੱਡ ਵਾਲੇ ਆ, ਗਰਲਸ ਸਾਰਿਆਂ ਨਾਲੋਂ ਹਾਈ ਕਿੱਥੇ ਦਿਖਦੇ ਪਏ ਆਪਾਂ ਨੂੰ, ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਹਾਈ ਦਿਖਦੇ ਪਏ ਨਾ, ਕਿੰਨੀ ਵੈਲਿਊ ਤੇ, ਵੈਲਿਊ ਕਿੰਨੀ ਹੈ 56%। ਠੀਕ ਹੈ ਜੀ, ਇਨ ਕਿਹੜੀ ਕੰਟਰੀ ਦੇ ਵਿੱਚ, ਇਨ ਇੰਡੀਆ ਦੇ ਵਿੱਚ। ਠੀਕ ਹੈ ਜੀ, ਕੈਟਾਗਰੀ ਕਿਹੜੀ ਆਪਣੀ, ਇੰਡੀਆ। ਇਨ ਇੰਡੀਆ, ਇਨ ਇਹ ਪ੍ਰੈਪੋਜੀਸ਼ਨ ਮਤਲਬ ਡਿਪੈਂਡ ਕਰੂਗੀ ਵੀ ਕਿੱਦਾਂ ਲਾਉਣੇ ਵਾ, ਕਿਉਂਕਿ ਇੰਡੀਆ ਦੇ ਵਿੱਚ, ਇਨ ਦਾ ਮਤਲਬ ਹੁੰਦਾ ਵਿੱਚ। ਠੀਕ ਹੈ ਜੀ, ਇੰਡੀਆ ਦੇ ਵਿੱਚ ਕਿੰਨੀ ਹੈ 56%, ਟੂ ਆ ਲੋ ਆਫ, ਲੋ ਕਿੱਥੇ ਹੈ ਜੀ ਗਰਲਸ, ਸਾਰਿਆਂ ਨਾਲੋਂ ਲੋ ਆਪਾਂ ਨੂੰ ਕਿੱਥੇ ਦੇਖਦੇ ਪਏ ਰੈੱਡ ਕਲਰ ਵਾਲੇ, ਥਾਈਲੈਂਡ ਦੇ ਵਿੱਚ ਕਿੰਨੀ ਹੈ, ਨੀਅਰ ਅਬਾਊਟ 8% ਹੈ, 8%। ਇਨ ਕਿਹੜੀ ਕੰਟਰੀ ਦੇ ਵਿੱਚ, ਇਹ ਥਾਈਲੈਂਡ ਦੇ ਵਿੱਚ। ਲਓ ਜੀ ਫੁੱਲ ਸਟਾਪ। ਫੈਸੀਨੇਟਿੰਗ ਸਟਰਕਚਰ ਹੋ ਗਿਆ ਆਪਣੇ ਕੋਲੇ, ਕੰਸਾਈਜ਼ ਰਾਈਟਿੰਗ ਦੇ ਵਿੱਚ ਹੋ ਗਿਆ, ਨਾਲੇ ਲੋਅਰ ਦੱਸਤਾ, ਨਾਲੇ ਕੀ ਦੱਸਤਾ ਆਪਾਂ, ਹਾਈ ਦੱਸਤਾ। ਠੀਕ ਹੈ ਜੀ, 56% ਇੰਡੀਆ ਦੇ ਵਿੱਚ ਹੈ, ਲੋ ਕਿੱਥੇ ਹੈ ਗਰਲਸ, 8% ਥਾਈਲੈਂਡ ਦੇ ਵਿੱਚ। ਹਾਂਜੀ, ਹੁਣ ਕੀ ਰਹਿ ਗਿਆ ਆਪਣੇ ਕੋਲੇ, ਸਿਮਿਲਰ ਤੇ ਸੈਕੰਡ ਹਾਈਐਸਟ। ਦੇਖੋ ਗਰਲਸ ਕਿਤੇ ਸਿਮਿਲਰ ਹੈਗੀਆਂ, ਰੈੱਡ ਕਿਤੇ ਸਿਮਿਲਰ ਦਿਖਦਾ ਆਪਾਂ ਨੂੰ ਨਾ, ਇੱਥੇ ਵੀ ਨਹੀਂ, ਇੱਥੇ ਵੀ ਨਹੀਂ, ਇੱਥੇ ਵੀ ਬਹੁਤ ਫਰਕ ਹੈ, ਇੱਧਰ ਵੀ ਫਰਕ ਹੈ, ਇੱਧਰ ਵੀ ਫਰਕ ਹੈ। ਸੋ ਸਿਮਿਲਰ ਇਹ ਕਿਤੇ ਹੈ ਨਹੀਂ ਗਾ, ਹੁਣ ਆਪਾਂ ਕੀ ਲਿਖ ਦਾਂਗੇ, ਸੈਕੰਡ ਹਾਈਐਸਟ। ਹਾਂਜੀ, ਇੱਥੇ ਲਾ ਦਾਂਗੇ ਹੁਣ ਆਪਾਂ ਕਨੈਕਟਰ ਮੋਰ ਓਵਰ। ਮੋਰ ਓਵਰ ਦਾ ਮਤਲਬ ਹੁੰਦਾ ਇਨ ਐਡੀਸ਼ਨ, ਵੀ ਜੇ ਹੋਰ ਗੱਲ ਕਰੀਏ, ਇਦੋਂ ਮੈਂ ਵੱਖਰੀ ਗੱਲ ਕਰਾਂ। ਠੀਕ ਹੈ ਜੀ, ਜੇ ਇਨ ਐਡੀਸ਼ਨ ਮੈਂ ਗੱਲ ਕਰਾਂ, ਸੈਕੰਡ ਹਾਈਐਸਟ ਤੁਹਾਨੂੰ ਕਿੱਥੇ ਦੇਖਦੇ ਪਏ, ਗਰਲਸ ਦੂਜੇ ਨੰਬਰ ਤੇ ਹਾਈ ਕਿੱਥੇ ਹੈ, ਇੱਥੇ ਨਹੀਂ ਜੀ, ਰੋਮਾਨੀਆ ਦੇ ਵਿੱਚ ਹੈ। ਦੇਖੋ ਇਹਦਾ ਵੀ ਡਿਫਰੈਂਸ ਹੈ, ਇਹਦਾ ਵੀ ਡਿਫਰੈਂਸ ਹੈ, ਸੋ ਇੱਥੇ ਜ਼ਿਆਦਾ ਉੱਪਰ ਹੈ ਰੋਮਾਨੀਆ। ਹਾਊਐਵਰ ਮੋਰ ਓਵਰ ਰੋਮਾਨੀਆ ਹੈਡ ਤਾਂ ਲਾਵਾਂਗੇ ਕਿਉਂਕਿ ਪਾਸਟ ਦੇ ਵਿੱਚ ਚੱਲ ਰਿਹਾ ਆਪਣਾ ਟਾਸਕ, ਹੈਡ ਦਾ ਸੈਕੰਡ ਹਾਈਐਸਟ। ਹਾਂਜੀ, ਦਾ ਹਮੇਸ਼ਾ ਲੱਗੂਗਾ ਸੈਕੰਡ ਹਾਈਐਸਟ ਦੇ ਨਾਲ, ਕਿਉਂਕਿ ਸੁਪਰਲੇਟਿਵ ਫਾਰਮ ਹੈ, ਸੁਪਰਲੇਟਿਵ ਫਾਰਮ ਦੇ ਨਾਲ ਹਮੇਸ਼ਾ ਹੀ ਦਾ ਆਉਂਦਾ। ਠੀਕ ਹੈ ਜੀ, ਹੈਡ ਦਾ ਸੈਕੰਡ ਹਾਈਐਸਟ ਪਰਸੈਂਟੇਜ ਆਫ ਗਰਲਸ ਐਟ, ਕਿੰਨੇ ਪਰਸੈਂਟ ਤੇ ਹੈ, ਐਟ ਪਾ ਕੇ ਵੈਲਿਊ ਲਿਖ ਦਾਂਗੇ ਆਪਾਂ, ਨੀਅਰ ਅਬਾਊਟ, ਐਟ ਨੀਅਰਲੀ ਲਿਖਣਾ ਹੋਇਆ ਲਿਖ ਦਿਓ, ਨਹੀਂ ਤਾਂ ਅਪਰੋਕਸੀਮੇਟਲੀ ਵੀ ਲਿਖ ਸਕਦੇ ਹੋ, ਨੀਅਰਲੀ 40%। ਦੈਟਸ ਇਟ, ਆਪਣਾ ਬੀਪੀ ਇੱਥੇ ਖਤਮ ਹੁੰਦਾ। ਠੀਕ ਹੈ ਜੀ, ਫਰਸਟ ਹਾਈਐਸਟ ਵੀ ਲਿਖਤਾ, ਸੈਕੰਡ ਹਾਈਐਸਟ ਵੀ ਲਿਖਤਾ ਆਪਾਂ। ਠੀਕ ਹੈ ਜੀ, ਲੋਵੈਸਟ ਵੀ ਲਿਖਤਾ, ਸਿਮਿਲਰ ਰਹਿ ਗਿਆ, ਕੋਈ ਦਿੱਕਤ ਨਹੀਂ ਹੈ, ਸਿਮਿਲਰ ਆਪਾਂ ਅਗਲੇ 'ਚ ਦੇਖ ਲਾਂਗੇ। ਠੀਕ ਹੈ ਜੀ, ਸੋ ਆਪਾਂ ਤਿੰਨ ਜਿਹੜੇ ਆਪਣੇ ਦੱਸ ਦਿੱਤੇ ਆ। ਹਾਂਜੀ, ਕਈਆਂ ਦਾ ਕੁਐਸਚਨ ਹੋਊਗਾ ਬੀਪੀ ਬਹੁਤ ਛੋਟਾ ਬਣਿਆ, ਨਹੀਂ, ਜਸਟ ਬੀਪੀ ਐਡਾ ਹੀ ਹੁੰਦਾ, ਆਪਣੀ 130 ਦੀ ਜਾਂ 150 ਦੀ ਇਹ ਅਪਰੋਕਸ ਵੈਲਿਊ ਹੁੰਦੀ ਹੈ ਵੀ 150 ਤੱਕ ਹੋਣੇ ਚਾਹੀਦੇ, 130 ਤੋਂ ਲੈ ਕੇ, ਜ਼ਰੂਰੀ ਨਹੀਂ ਹੁੰਦਾ ਵੀ 150 ਕਵਰ ਕਰਨੇ ਆ, ਕਿਉਂਕਿ ਇਹ ਮੈਥਮੈਟਿਕਸ ਨਹੀਂ ਹੈਗੀ, ਇੰਗਲਿਸ਼ ਲੈਂਗੁਏਜ ਹੈ। ਕਈ ਬੱਚੇ ਵਰਡਸ ਕਾਊਂਟ ਕਰਨ ਲੱਗ ਪੈਂਦੇ ਵੀ ਕਿੰਨੇ ਵਰਡ ਬਣੇ ਆ, ਨਹੀਂ, ਜੇ ਤੁਸੀਂ ਪੂਰੀ ਗੱਲ ਦੱਸ ਦਿੱਤੀ ਆ, ਪੂਰੀ ਗੱਲ ਤੁਹਾਡੀ ਐਗਜ਼ਾਮੀਨਰ ਨੂੰ ਡਿਲੀਵਰ ਹੋ ਚੁੱਕੀ ਆ, ਤੁਹਾਨੂੰ ਮਾਰਕਸ ਆਲਰੇਡੀ ਮਿਲ ਜਾਂਦੇ ਆ। ਜ਼ਰੂਰੀ ਨਹੀਂ ਹੁੰਦਾ ਵੀ ਉਹ ਮੈਥਮੈਟਿਕਸ ਦੇ ਹਿਸਾਬ ਨਾਲ ਤੁਹਾਡੇ ਵਰਡ ਕਾਊਂਟ ਕਰਨਗੇ, ਇੱਕ ਵਰਡ ਦੇ ਵੀ ਤੁਹਾਡੇ 150 ਬਣਦੇ ਆ ਕਿ ਨਹੀਂ ਬਣਦੇ, ਨਹੀਂ, ਇਦਾਂ ਦਾ ਕੁਝ ਨਹੀਂ ਹੈਗਾ। ਇਹ ਰਿਊਮਰਸ ਨੇ ਮਾਰਕੀਟ ਦੇ ਵਿੱਚ ਜੋ ਫੈਲ ਰਹੇ ਨੇ ਜਾਂ ਆਇਲਸ ਦੀ ਦੁਨੀਆ ਦੇ ਵਿੱਚ। ਸੋ ਬਸ ਤੁਸੀਂ ਆਪਦੇ ਮੇਨ ਫੀਚਰ ਦੱਸੋ, ਮੇਨ ਫੀਚਰ ਸਟੇਟ ਕਰੋ, ਲੈਂਗੁਏਜ ਆਪਣੀ ਬਹੁਤ ਸੌਖੀ ਰੱਖੋ, ਉਹਦੇ ਨਾਲ ਹੀ ਤੁਹਾਡੇ ਮਾਰਕਸ ਹੋਣਗੇ ਤੇ ਆਪਣਾ ਫਸਟ ਬੀਪੀ ਕੰਪਲੀਟ ਹੋ ਚੁੱਕੇ। ਹਾਂਜੀ, ਨੈਕਸਟ ਬੀਪੀ ਆਉਂਦਾ ਆਪਣਾ ਬॉयਜ਼ ਬਾਰੇ। ਬੀਪੀ 1 ਕਾਦੇ ਬਾਰੇ ਸੀਗਾ ਆਪਣਾ, ਗਰਲਸ ਬਾਰੇ। ਨੈਕਸਟ ਬੀਪੀ ਆਪਣਾ ਹੈਗਾ ਬॉयਜ਼ ਬਾਰੇ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਨੀ ਹੈ ਬॉयਜ਼ ਦੀ। ਦੋ ਕਰੈਕਟਰ ਵਰਤ ਸਕਦੇ ਹੋ ਤੁਸੀਂ, ਜਿਹੜੇ ਆਪਾਂ ਕਰੈਕਟਰ ਨਾਲ ਸ਼ੁਰੂ ਕਰਨਾ, ਟਰਨਿੰਗ ਟੂ ਬॉयਜ਼, ਜਾਂ ਇਹਦੀ ਥਾਂ ਤੇ ਇਹ ਵੀ ਲਿਖ ਸਕਦੇ ਹੋ ਇਨ ਟਰਮਸ ਆਫ ਬॉयਜ਼। ਠੀਕ ਹੈ ਜੀ, ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜਾ ਕਰੈਕਟਰ ਯੂਜ਼ ਕਰਨਾ। ਠੀਕ ਹੈ ਜੀ, ਮੈਂ ਵੈਸੇ ਟਰਨਿੰਗ ਟੂ ਵਾਲਾ ਯੂਜ਼ ਕਰਦਾ। ਠੀਕ ਹੈ ਜੀ, ਦਾ ਪਰਸੈਂਟੇਜ, ਫਿਰ ਉਹੀ ਗੱਲ ਜੀ, ਆਪਣੀ ਪਰਸੈਂਟੇਜ ਦਿੱਤੀ ਹੋਈ ਆਪਾਂ ਨੂੰ, ਪਰਸੈਂਟੇਜ ਆਫ them। ਠੀਕ ਹੈ ਜੀ, ਪਹਿਲਾਂ ਆਪਾਂ ਹਾਈ ਲੋ ਯੂਜ਼ ਕੀਤਾ, ਸੈਕੰਡ ਹਾਈਐਸਟ ਯੂਜ਼ ਕੀਤਾ, ਹੁਣ ਆਪਾਂ ਹਾਈ ਦਾ ਸਿਨੋਨਿਮ ਵਰਤਾਂਗੇ। ਸਿਨੋਨਿਮ ਕੀ ਹੈ ਹਾਈ ਦਾ, ਜੋ ਕਿ ਪਹਿਲਾਂ ਦੱਸਿਆ ਸੀਗਾ ਮੈਕਸਿਮਮ, ਵਾਸ ਮੈਕਸਿਮਮ। ਹਾਂਜੀ, ਵਾਸ ਤਾਂ ਆਇਆ ਕਿਉਂਕਿ ਪਾਸ ਦੇ ਵਿੱਚ ਚੱਲ ਰਿਹਾ ਹੈ, ਪਰਸੈਂਟੇਜ ਉਹਨਾਂ ਦੀ ਕਿਉਂਕਿ ਸਿੰਗੂਲਰ ਹੈ, ਪਰਸੈਂਟੇਜ ਵਾਸ ਤਾਂ ਲੱਗਿਆ। ਪਰਸੈਂਟੇਜ ਆਫ them was maximum in, ਮੈਕਸਿਮਮ ਕਿੱਥੇ ਸੀਗੀ ਉਹਨਾਂ ਦੀ ਪਰਸੈਂਟੇਜ ਬॉयਜ਼ ਦੀ, ਮੈਕਸਿਮਮ ਦੇਖਿਓ ਕਿੱਥੇ ਪਰਸੈਂਟੇਜ, ਲਓ ਜੀ ਇੰਡੀਆ ਦੇ ਵਿੱਚ ਹੈ। ਠੀਕ ਹੈ ਜੀ, ਇਨ ਇੰਡੀਆ ਐਟ ਕਿੰਨੇ ਪਰਸੈਂਟ ਤੇ ਹੈ, 49%। ਠੀਕ ਹੈ ਜੀ, ਪਰਸੈਂਟੇਜ ਦਾ ਸਾਈਨ ਪਿੱਛੇ ਪਾ ਦਿਆ ਨਾ, ਠੀਕ ਹੈ, ਫੁੱਲ ਸਟਾਪ।
इन कंट्रास्ट, हुण इस तो पुठी गल करांगे आपां, इन कंट्रास्ट कॉमा इट वाज। हाँ जी, इट कौन है इत्थे? बॉयज, पर इट तो नॉन लिविंग थिंग हुंदे आ, बॉयज तो हो ही नहीं सकदे। हुण इत्थे इट होगी अपनी परसेंटेज, क्योंकि परसेंटेज की पहला गल कीती ना, मैक्सिमम कित्थे सीगी, हुण परसेंटेज मिनिमम कित्थे आ। हाउएवर इट वाज मिनिमम इन बॉयज, मिनिमम कित्थे है जी? चाइना दे विच, ठीक है जी। इट वाज मिनिमम इन चाइना एट 14%, ठीक है जी। जस्ट अपना इत्थे बीपी का वन लाइन खत्म हो जाती है। देखो जी, आप मैक्सिमम दसता, मिनिमम दसता, दैट्स इट। होर आप कुछ नहीं दसना, ज्यादा हुण आप सैकेंड हाईएस्ट दस सकते हैं, पर सैकेंड हाईएस्ट आप पिछले बीपी दस के गए हैं। हुण आप सिमिलर देखने की कोशिश करते हैं, बॉयज कितने सिमिलर आपको मिलते कि नहीं मिलते, ठीक है जी। इत्थे भी नहीं सिमिलर, इत्थे भी नहीं सिमिलर, इत्थे भी नहीं, ठीक है जी। बट आ कुछ हद तक सिमिलर लग रहे हैं। जे नहीं भी लग रहे, तुसी आ वाले देखो, रोमानिया ते वियतनाम वाले कुछ हद तक सिमिलर ने। ये 28 ਤੇ ਹੈ, ਇਹ 28 ਤੋਂ ਥੋੜਾ ਥੱਲੇ ਹੈ, ਤੇ ਪਰ ਇਹਦੇ ਲਈ ਆਪਾਂ ਫਿਰ ਵੀ ਇਹਨਾਂ ਨੂੰ ਸਿਮਿਲਰ ਸ਼ੋ ਕਰ ਸਕਦੇ ਹਾਂ। ਕਿੱਦਾਂ ਸ਼ੋ ਕਰ ਸਕਦੇ ਹਾਂ? ਜਿਵੇਂ ਤੁਸੀਂ ਇਹਨਾਂ ਦਾ ਲਿਖੋਗੇ ਰੋਮਾਨੀਆ, ਸੌਰੀ ਇੱਥੇ ਕਨੈਕਟਰ ਯੂਜ਼ ਕਰਾਂਗੇ, however Romania and रोमानिया ते कौन है वो? वियतनाम had almost similar, हाँ जी, क्योंकि इत्थे आपां क्लेम नहीं कर रहे भी ये सिमिलर ही ने। ऑलमोस्ट सिमिलर क्या भी, थोड़े थोड़े सिमिलर ही ने, थोड़ा बहुत फर्क चल सकता, बट थोड़े बहुत की ने सिमिलर ने। ऑलमोस्ट सिमिलर परसेंटेज ऑफ बॉयज एट कितने परसेंट ने? 28%। जस्ट आप क्लेम नहीं कर रहे थे, जस्ट आप लाइन बनाने मारे इदा लिख रहे हैं भी बॉयज सिमिलर किथे किथे ने? वियतनाम ते रोमानिया दे विच ने, जो कि इन्हां दे 28 है। तुसीं एक गल देखी होगी, जे मैं गर्ल्स की गल की उत्थे मैं बॉयज की गल नहीं की, जे मैं बॉयज की गल की गर्ल्स की गल नहीं की, ताकि जो अपनी कोहेजन एंड कोहेरेंस मेनटेन रहे, टास्क अचीवमेंट अपना वधिया जाए, ठीक है जी। वोकैबुलरी अपनी ये हैगी है मैक्सिमम मिनिमम वाली, ठीक है जी, जो कि अपने कनैक्टर आप शो कर रहे हैं, इन कंट्रास्ट, मोर ओवर, हाउएवर, ठीक है जी। अपार्ट फ्रॉम दिस तुसीं किदां दे भी कनैक्टर यूज कर रहे हो, ठीक है जी, वो अपनी बुक्स दे विच तुहानूं मिल जाणगे, जो कि आइल्स राइटिंग दी बुक्स हैगियां, पॉल एंड कलन दी T2 आइल्स वाली बुक्स हैगियां, ਉਹਦੇ ਵਿੱਚ ਤੁਹਾਨੂੰ ਵਾਈਡ ਰੇਂਜ ਆਫ ਕਨੈਕਟਰ ਦੇਖਣ ਨੂੰ ਮਿਲ ਜਾਣਗੇ, ਠੀਕ ਹੈ ਜੀ। ਜੋ ਕਿ ਆਪਣਾ ਬੀਪੀ ਇੱਥੇ ਖਤਮ ਹੁੰਦਾ, ਕਿਉਂਕਿ ਆਪਾਂ ਮੈਕਸਿਮਮ ਦੱਸਤਾ, ਮਿਨੀਮਮ ਦੱਸਤਾ ਤੇ ਸਿਮਿਲੈਰਿਟੀ ਦੱਸਤੀ। ਹਾਂਜੀ, ਹੁਣ ਆਪਾਂ ਦੋ ਬੀਪੀ ਆਪਣੇ ਕੰਪਲੀਟ ਕਰਤੇ। ਨੈਕਸਟ ਤੇ ਆਪਾਂ ਇੱਕ ਲਾਈਨ ਐਡ ਕਰਦੇ ਹਾਂ, ਜੋ ਕਿ ਇਨ ਦੋਵਾਂ ਦੇ ਕੰਪੈਰੀਜ਼ਨ ਲਈ ਹੋਵੇ, ਦੋਵੇਂ ਜੈਂਡਰ ਦੇ ਕੰਪੈਰੀਜ਼ਨ ਲਈ ਹੋਵੇ। ਹਾਂਜੀ, ਜੋ ਕਿ ਆਪਾਂ ਲਾਸਟ ਲਾਈਨ ਦੀ ਗੱਲ ਕਰ ਰਹੇ ਸੀਗੇ। ਲਾਸਟ ਲਾਈਨ ਆਪਾਂ ਲਿਖਾਂਗੇ ਜਸਟ ਦੋਵੇਂ ਜੈਂਡਰਸ ਦੇ ਬਾਰੇ ਵੀ ਬਿਗੇਸਟ ਡਿਫਰੈਂਸ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਿਆ। ਬਿਗੇਸਟ ਡਿਸਕ੍ਰਿਪੈਂਸੀ, ਡਿਸਕ੍ਰਿਪੈਂਸੀ ਦਾ ਮਤਲਬ ਹੈ ਡਿਫਰੈਂਸ। ਇਹ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲ ਸਕਦਾ? ਕੈਨ ਬੀ ਸੀਨ ਬਿਟਵੀਨ ਬੋਥ ਦਾ ਜੈਂਡਰਸ। ਕਿੱਥੇ ਦੇਖਣ ਨੂੰ ਮਿਲਦਾ ਦੋਵੇਂ ਜੈਂਡਰਸ ਦੇ ਵਿਚਾਲੇ? ਇੱਥੇ ਵੀ ਡਿਫਰੈਂਸ, ਇੱਥੇ ਵੀ ਡਿਫਰੈਂਸ। ਦੇਖੋ ਜ਼ਿਆਦਾ ਡਿਫਰੈਂਸ ਆਪਾਂ ਨੂੰ ਹਮੇਸ਼ਾ ਹੀ ਥਾਈਲੈਂਡ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਗਰਲਸ ਤਾਂ ਹੈਗੀਆਂ ਸਿਰਫ 8%, ਬॉयਜ਼ ਕਿੰਨੇ ਆ? 21%। 21 ਚੋਂ 8 ਕੱਢੇ ਆਪਾਂ, ਨੀਅਰ ਅਬਾਊਟ 13%। ਇਹਨੂੰ ਆਪਾਂ ਜਸਟ ਇਦਾਂ ਲਿਖ ਸਕਦੇ ਹਾਂ, ਦ ਬਿਗੇਸਟ ਡਿਫਰੈਂਸ ਕੈਨ ਬੀ ਸੀਨ ਬਿਟਵੀਨ ਬੋਥ ਦਾ ਜੈਂਡਰਸ इन थाईलैंड नियर अबाउट कितना? 13%। नियर अबाउट ਆਪਾਂ ਤਾਂ ਲਿਖਿਆ ਅਪਰੋਕਸ ਵੈਲਿਊ ਹੈ ਇਹ, ਠੀਕ ਹੈ ਜੀ। ਜਸਟ ਇੱਥੇ ਆਪਣਾ ਟਾਸਕ ਓਵਰ ਹੁੰਦਾ, ਕਿਉਂਕਿ ਆਪਾਂ ਜਦੋਂ ਵੀ ਟਾਸਕ ਕਰਦੇ ਆ ਉਹਦੇ ਥੱਲੇ ਨਾ ਤੁਸੀਂ ਦੇਖੋਗੇ ਟਾਸਕ ਦੇ ਨਿਚਲੀ ਸਬ ਹੈਡਿੰਗ ਦੇਖੋਗੇ, ਉਹਤੇ ਸਮਰਾਈਜ਼ ਲਿਖਿਆ ਹੋਊਗਾ। ਸਮਰਾਈਜ਼ ਆਪਾਂ ਤਾਂ ਹੀ ਕਰ ਸਕਦੇ ਹਾਂ ਜੇ ਆਪਣੇ ਕੋਲ ਮੇਨ ਫੀਚਰ ਹੋਣਗੇ। ਜ਼ਰੂਰੀ ਨਹੀਂ ਹੈ ਵੀ ਸਾਰੀ ਗੱਲ ਦੱਸਣੀ ਆਪਾਂ, ਜਸਟ ਇਹਨੂੰ ਮੇਨ ਫੀਚਰ ਡਿਸਕ੍ਰਾਈਬ ਕਰਨੇ। ਮੇਨ ਫੀਚਰ ਕਿਹੜੇ ਕਿਹੜੇ ਆ? ਫਸਟ ਹਾਈਐਸਟ, ਸੈਕੰਡ ਹਾਈਐਸਟ, ਲੋਵੈਸਟ ਤੇ ਸਿਮਿਲਰ, ਜੋ ਕਿ ਆਪਾਂ ਚਾਰੇ ਚੀਜ਼ਾਂ ਦੱਸ ਚੁੱਕੇ ਹਾਂ, ਠੀਕ ਹੈ ਜੀ। ਵਧੀਆ ਵਧੀਆ ਸਟਰਕਚਰ ਲਾਏ ਆਪਾਂ, ਕਨੈਕਟਰ ਫਿਲਰ ਲਾਏ ਆ, ਠੀਕ ਹੈ ਜੀ। ਦੂਸਰੀ ਗੱਲ ਆਪਾਂ ਇਹਨੂੰ ਸਮਰਾਈਜ਼ ਕਰਤਾ, ਨਾਲੇ ਓਵਰਆਲ ਆਪਾਂ ਬਹੁਤ ਵਧੀਆ ਲਿਖਿਆ ਵੀ ਜਸਟ ਨਾਲੇ ਤਾਂ ਸਾਰੀਆਂ ਗੱਲਾਂ ਆ ਗਈਆਂ ਇੱਕੋ ਸਟਰਕਚਰ ਦੇ ਵਿੱਚ ਹੀ, ਇੱਕੋ ਸੈਂਟੈਂਸ ਦੇ ਵਿੱਚ ਹੀ। ਇਸ ਦੇ ਵਿੱਚ ਪਲੀਜ਼ ਇੰਕਰੀਜ਼ ਡਿਕਰੀਜ਼ ਨਾ ਲਿਖੋ, ਕਿਉਂਕਿ ਇੰਕਰੀਜ਼ ਡਿਕਰੀਜ਼ ਉਹਨਾਂ ਦੇ ਵਿੱਚ ਲਿਖਿਆ ਜਾਂਦਾ COT ਦੇ ਵਿੱਚ, ਚੇਂਜ ਓਵਰ ਟਾਈਮ ਦੇ ਵਿੱਚ, ਕਿਉਂਕਿ ਜਿਹੜੀ ਚੀਜ਼ ਮੋਸ਼ਨ 'ਚ ਹੋਵੇ, ਬਟ ਇਹ ਚੀਜ਼ ਦਾ ਮੋਸ਼ਨ ਦੇ ਵਿੱਚ ਨਹੀਂ ਆ, ਸਟੇਬਲ ਖੜੀ ਹੈ 2001 ਦੇ ਵਿੱਚ। ਸੋ ਇਹ ਵੈਲਿਊ ਨੂੰ ਆਪਾਂ ਹਮੇਸ਼ਾ ਹੀ ਕੀ ਲਿਖਾਂਗੇ? ਹਾਈਐਸਟ, ਸੈਕੰਡ ਹਾਈਐਸਟ, ਲੋਵੈਸਟ, ਸਿਮਿਲਰ, ਤਾਂ ਕਿ ਜੋ ਤੁਹਾਡੇ ਕੋਲ ਅੱਗੇ ਤੋਂ ਬਾਅਦ ਕੋਈ ਵੀ ਟੇਬਲ ਚਾਰਟ ਆ ਜੇ, ਪਾਈ ਚਾਰਟ ਆ ਜੇ, ਬਾਰ ਚਾਰਟ ਆ ਜੇ,
ਜੇ ਤਾਂ ਉਹ 1 ਈਅਰ ਦੇ ਵਿੱਚ ਹੈ, ਸਟੈਟਿਕ ਹੈ, ਜਸਟ ਤੁਸੀਂ ਇਸੇ ਕ੍ਰਾਈਟੇਰੀਆ ਨਾਲ ਹੀ ਉਹਨੂੰ ਫੋਲੋ ਕਰਕੇ ਆਰਾਮ ਨਾਲ ਲਿਖ ਸਕਦੇ ਹੋ। ਤੁਸੀਂ ਰਾਈਟਿੰਗ ਆਪਣੀ ਚੈੱਕ ਵੀ ਕਰਵਾ ਸਕਦੇ ਹੋ। ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ, ਬਹੁਤ ਸਾਰੇ ਟਿਊਟਰ ਵੀ ਹੈਗੇ ਜਿਹੜੇ ਆਨਲਾਈਨ ਚੈੱਕ ਕਰਦੇ ਆ। ਨੀਅਰ ਅਬਾਊਟ 7 ਬੈਂਡ ਦਾ ਐਸੇ ਹੈਗਾ ਇਹ। ਆਰਾਮ ਨਾਲ ਤੁਸੀਂ ਜਾ ਕੇ ਚੈਟ ਜੀਪੀਟੀ ਨੂੰ ਚੈੱਕ ਕਰਵਾ ਸਕਦੇ ਹੋ, ਠੀਕ ਹੈ ਜੀ, ਜੋ ਕਿ ਆਪਣੀ AI ਨੂੰ ਚੈੱਕ ਕਰਵਾ ਸਕਦੇ ਹੋ, ਜਾਂ ਹੋਰ ਵੀ ਬਹੁਤ ਜ਼ਿਆਦਾ ਟਿਊਟਰ ਤੁਹਾਨੂੰ YouTube ਤੇ ਅਵੇਲੇਬਲ ਮਿਲ ਜਾਣਗੇ ਜੋ ਉਸਦਾ ਰਾਈਟਿੰਗ ਟਾਸਕ ਐਨਾਲਾਈਜ਼ ਕਰਨਗੇ। ਨੀਅਰ ਅਬਾਊਟ ਤੁਹਾਨੂੰ 7 ਬੈਂਡਸ ਦਿੱਤੇ ਜਾਣਗੇ ਇਸ ਰਾਈਟਿੰਗ ਟਾਸਕ 1 ਦੇ, ਠੀਕ ਹੈ ਜੀ। ਸੋ ਜੇ ਤੁਸੀਂ ਇਦਾਂ ਦੀ ਹੋਰ ਇਨਫੋਰਮੇਟਿਵ ਵੀਡੀਓ ਲੈਣੀ ਆ, ਜਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਵੀ ਕਿਹੜੇ ਰਾਈਟਿੰਗ ਟਾਸਕ ਦੇ ਵਿੱਚ ਜਾਂ ਤੁਹਾਨੂੰ ਆਇਲਸ ਦੇ ਮੋਡਿਊਲ ਵਿੱਚ ਵੀ ਦਿੱਕਤ ਆਉਂਦੀ ਆ, ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ। ਪਰਸਨਲੀ ਜੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਤਾਂ ਕੰਟੈਕਟ ਵੀ ਕਰ ਸਕਦੇ ਹੋ, ਕਿਉਂਕਿ ਸਾਡੇ ਆਨਲਾਈਨ ਬੈਚਸ ਅਵੇਲੇਬਲ ਨੇ ਜਿਨ੍ਹਾਂ ਦੀ ਟਾਈਮਿੰਗ ਤੁਹਾਡੇ ਹਿਸਾਬ ਨਾਲ ਕਨਵੀਨੀਅੰਟ, ਜਿਸ ਹਿਸਾਬ ਨਾਲ ਤੁਹਾਨੂੰ ਲੱਗੂਗਾ ਵੀ ਕਨਵੀਨੀਅੰਸ ਹੈ, ਉਸ ਹਿਸਾਬ ਨਾਲ ਤੁਹਾਨੂੰ ਆਨਲਾਈਨ ਬੈਚਸ ਦੇ ਵਿੱਚ ਅਵੇਲ ਕੀਤਾ ਜਾਊਗਾ। ਸੋ ਦੂਸਰੀ ਗੱਲ ਇਹ ਆ ਵੀ ਜੇ ਤੁਸੀਂ ਹੋਰ ਇਨਫੋਰਮੇਟਿਵ ਵੀਡੀਓਸ ਇਦਾਂ ਦੇਖਣੀ ਆ ਆਇਲਸ ਬਾਰੇ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ, ਠੀਕ ਹੈ ਜੀ, ਲਾਈਕ ਕਰੋ, ਕਮੈਂਟ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜਲਦੀ ਹੀ ਵੀਡੀਓ ਨੈਕਸਟ ਲੈ ਕੇ ਆਵਾਂਗੇ।